कांग्रेस की लिस्ट आई, बहुत सारिया बगावतां हो रही ने। सुल्तानपुर लोधी च भी पंगा पै चुक्या है। राणा गुरजीत सिंह दे बेटे राणा इंदर सिंह मैदान च ने। की कहा मैं तेन बागी कहा? सच्ची गल ये भी हो सकती, गल सच्ची। नवदीप चीमे नाल पंगे पुराने ही रहे तुहाडे। भावें तुसीं इन्हां दा पिछला इलैक्शन के एफिडेविट कढ के वेख लो, लिस्ट ऑफ एसेट की सी ते 50 सालां दे विच ਇਹ ਕਿੱਥੋਂ ਕਿੱਥੇ ਪਹੁੰਚ ਗਏ ਆ, ਉਹ ਸੁਲਤਾਨਪੁਰ ਦੇ ਲੋਕ ਜਵਾਬ ਦੇ। ਤੁਸੀਂ ਓਪਨ ਡਿਬੇਟ ਚ ਆਉਣ ਨੂੰ ਤਿਆਰ ਹੋ? ਮੈਂ ਕਿਹਾ ਜੀ ਖੁੱਲ ਕੇ, ਸਿਰਫ ਮੈਂ ਤੇ ਨਵਤੇਜ ਚੀਮਾ, ਤੀਜਾ ਕੋਈ ਨਹੀਂ। ਪਰ ਇੱਕ ਗੱਲ ਹੈ, ਰਾਣੇ ਵੱਲੋਂ ਚੈਲੰਜ ਹੈ, ਨਵਤੇਜ ਚੀਮਾ ਨਾ ਹਿੱਲ ਜਾਏ, ਉਹ ਨਾ ਪੈਰ ਛੱਡ ਜਾਏ। नवदीप चीमा बहुत दावे करते हैं लगातार कि सुल्तानपुर का उन्होंने बहुत विकास कराया, सुल्तानपुर च बहुत वधिया कुछ होया। उन्होंने समर्थक भी कहते हैं, वो कहते साढ़े 250 करोड़ नूं 500 550 करोड़ बनाया जा रहा है। एक दिन मैं डिबेट शो किया उत्थे उन्होंने उत्थे कहा, देखो तुहाडे समर्थक उत्थे इल्जाम ला रहे सी इसे गल दा। ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਿਓ ਕਿ ਨਵਤੇਜ ਸਿੰਘ ਚੀਮੇ ਨੇ ਬਾਬੇ ਨਾਨਕ ਦੇ ਪੈਸੇ ਖਾਏ। ਉਹ ਕਹਿੰਦੇ ਨੇ ਕਿ ਸਾਨੂੰ ਜਾਣਬੁੱਝ ਕੇ ਕੂੜ ਪ੍ਰਚਾਰ ਕੀਤਾ ਜਾ ਰਿਹਾ, ਆਰਟੀ ਪਵਾ ਲਓ ਸਾਡੇ ਤੇ। ਜੇ ਸੁਲਤਾਨਪੁਰ ਦੇ ਲੋਕ ਕਹਿਣ ਰਾਣਾ ਗਲਤ ਕਹਿੰਦਾ ਤੇ ਮੈਨੂੰ ਨਹੀਂ ਥਾਂਬੇ ਜੀ। ਠੀਕ ਹੈ, ਤੁਸੀਂ ਮੰਤਰੀ ਦੇ ਬੇਟੇ ਹੋਗੇ, ਬਿਜ਼ਨਸਮੈਨ ਹੋ, ਤੁਹਾਡੇ ਨਾਲ ਕੋਈ ਹੈ ਉੱਥੇ, ਜਾਂ ਤੁਸੀਂ ਇਕੱਲੇ ਹੀ ਤੁਰੇ ਫਿਰੋਗੇ ਵੀ ਠੀਕ ਹੈਗਾ ਆਪਾਂ ਵੀ ਦੇਖ ਲਈਏ, ਆਨੰਦ ਲੈ ਲਈਏ ਰਾਜਨੀਤੀ 'ਚ, ਆਪਾਂ ਵੀ ਤੁਹਾਨੂੰ ਸ਼ੌਂਕ ਚੜਿਆ ਹੋ? ਕਿ ਅੱਜ ਸਮੇਂ ਆ ਗਿਆ ਡਿਸਾਈਡ ਕਰਨ ਦਾ ਕਿ ਬੰਦਾ ਕਿਹੜਾ ਰੱਖਣਾ, ਜਿਹਨੇ ਝੂਠੇ ਪਰਚੇ ਕਰਾਏ ਜਾਂ ਜਿਹੜਾ ਝੂਠੇ ਪਰਚਿਆਂ ਤੋਂ ਛੁਟਕਾਰਾ ਦੇ। ਫਿਰ ਜੋ ਤੁਸੀਂ ਕਹਿ ਰਹੇ ਹੋ ਤੁਹਾਡਾ ਇੰਨਾ, ਤੁਹਾਡੇ ਨਾਲ ਸੰਮਤੀ ਮੈਂਬਰ ਵੀ ਨੇ, ਸਰਪੰਚ ਵੀ ਨੇ, ਫਿਰ ਕੀ ਪੋਲਿਟਿਕਸ ਹੋਈ ਹੈ ਕਿ ਟਿਕਟ ਤੁਹਾਨੂੰ ਨਹੀਂ ਮਿਲੀ? ਤੁਹਾਡੇ ਪਿਤਾ ਜੀ ਕਾਂਗਰਸ 'ਚ ਨੇ, ਤੁਸੀਂ ਕਾਂਗਰਸ 'ਚੋਂ ਬਾਹਰ ਹੋ। ਕੱਲ ਨੂੰ ਪਾਰਟੀ ਕਹੂਗੀ ਤੁਹਾਡੇ ਪਿਤਾ ਜੀ ਨੂੰ ਕਿ ਆਪਣੇ ਬੇਟੇ ਨੂੰ ਸਮਝਾਓ, ਤੁਹਾਨੂੰ ਸਮਝਾ ਦੇਣਗੇ, ਘਰੇ ਬਿਠਾ ਦੇਣਗੇ। ਤੇ ਜਦੋਂ ਮੈਨੂੰ ਕੱਲ ਪਤਾ ਲੱਗਿਆ 3:30 ਵਜੇ ਕਿ ਨਵਤੇਜ ਚੀਮੇ ਨੂੰ ਟਿਕਟ ਮਿਲ ਗਈ, ਤੇ ਮੈਂ ਕਿਹਾ ਮਜ਼ਾ ਹੋਣਾ ਉਹ। ਉੱਥੇ ਦਾ ਬਜ਼ੁਰਗ ਮੈਨੂੰ ਆ ਕੇ ਕਹਿੰਦਾ ਜੀ ਮੇਰੀ ਬੇਟੀ ਤੇ ਪਰਚਾ ਹੋਇਆ, ਉਹ ਇੱਕ ਵਰਲਡ ਚੈਂਪੀਅਨਸ਼ਿਪ 'ਚ ਜਾਂਦੀ ਹੈ। ਬਜ਼ੁਰਗ ਲੇਡੀਜ਼ 70 ਸਾਲ ਦੀਆਂ ਮਾਤਾ ਤੇ ਪਰਚੇ, ਬੰਦਾ ਇੰਗਲੈਂਡ 'ਚ ਬੈਠਾ, ਅਮਰੀਕਾ 'ਚ ਬੈਠਾ, ਉਹਦੇ ਤੇ ਇੱਥੇ ਪਰਚਾ। ਇਹੋ ਜਿਹੇ ਕੇਸ ਹੈ, ਮੈਂ ਤੁਹਾਨੂੰ ਦੱਸਾਂ ਹੈਰਾਨ ਹੋ ਜਾਓਗੇ। ਨਵਤੇਜ ਚੀਮਾ ਸਿਟਿੰਗ ਐਮਐਲਏ ਨੇ, ਦੂਸਰੇ ਪਾਸੇ ਅਕਾਲੀ ਦਲ ਤੋਂ ਨੇ ਕੈਪਟਨ ਸਾਹਿਬ, ਦੂਸਰੇ ਪਾਸੇ ਸੱਜਣ ਚੀਮਾ ਨੇ। ਇਹ ਕਿਹਾ ਜਾਂਦਾ ਕਿ ਕੈਪਟਨ ਸਾਹਿਬ ਨਾਲ ਤੁਹਾਡੀਆਂ ਬੜੀਆਂ, ਕੋਈ ਕਹਿੰਦਾ ਰਿਸ਼ਤੇਦਾਰੀ ਹੈ ਜੀ, ਨਜ਼ਦੀਕੀ ਹੈ, ਤੁਸੀਂ ਉਹਨਾਂ ਨੂੰ ਮਦਦ ਕਰਨ ਜਾ ਰਹੇ ਹੋ, ਇਹ ਨਹੀਂ ਪਤਾ ਉਹਨਾਂ ਦੇ ਪੱਖ 'ਚ ਬੈਠ ਜਾਓ, ਇਸ ਤਰ੍ਹਾਂ ਦੀਆਂ ਚਰਚਾਵਾਂ। ਸਰਕਾਰ ਦੇ ਪੈਸੇ ਆਏ, ਲੋਕਾਂ ਨੂੰ ਨਹੀਂ ਮਿਲੇ। ਪੈਸੇ ਕਿੱਥੇ ਗਏ? 3 ਮਹੀਨੇ HDFC ਬੈਂਕ 'ਚੋਂ ਪੈਸੇ ਰੁਕੇ ਰਹੇ ਸਿਰਫ ਵਿਆਜ ਖਾਣ ਨੂੰ। ਫਿਰ ਵੀ ਐ ਕਿਉਂ ਆਗਾ ਕਿ ਤੁਸੀਂ ਕਹਿੰਦੇ ਇੰਨਾ ਕੁਛ ਆ, ਇਹ ਤੁਹਾਡੇ ਇਲਜ਼ਾਮ ਨੇ, ਮੈਂ ਤੁਹਾਨੂੰ ਉਹਦੇ ਬਾਵਜੂਦ ਵੀ ਟਿਕਟ ਮਿਲ ਗਈ? ਰਾਹੁਲ ਗਾਂਧੀ, ਹਰੀਸ਼ ਚੌਧਰੀ, CM ਚੰਨੀ ਕਿਉਂ ਟਿਕਟ ਤੇ ਉੱਥੋਂ ਆਈ ਹੈ ਨਾ। ਸਿੱਧੂ ਵੀ ਵਿੱਚ ਲਾ ਲਓ, ਆਪਾਂ ਸਿੱਧੂ ਦਾ ਰੈਲੀ ਕਰਕੇ ਗਏ ਨੇ ਇੱਥੇ, ਸਿੱਧੂ ਦਾ ਬਿਆਨ ਜਿਹੜਾ ਉਹ ਥਾਣੇਦਾਰ ਵਾਲਾ ਇੱਥੇ ਵਾਇਰਲ ਹੋਇਆ ਸੀਗਾ। ਤੇ ਫਿਰ ਬਿਆਨ ਉਹਨਾਂ ਦਾ ਬਹੁਤ ਵਧੀਆ ਲੱਗਿਆ ਸੀ ਮੈਨੂੰ। ਉਹਨਾਂ ਨੇ ਕਿਹਾ ਕਿ ਇਹਦੀਆਂ 2 ਬਾਹਾਂ ਨੇ, ਤੇ ਮੇਰੇ ਮਨ 'ਚ ਆਇਆ ਕਿ ਜਦੋਂ ਇਹ ਲੁੱਟ ਖਸੁੱਟ ਹੋ ਰਹੀ ਸੀ ਸੁਲਤਾਨਪੁਰ 'ਚ, ਉਦੋਂ ਵੀ ਇਹ ਬਾਹਾਂ ਸੀਗੀ। ਕਦੇ ਸੁਣਿਆ ਜਿਹੜੀ ਬਜ਼ੁਰਗ ਮਾਤਾ 60 ਸਾਲ ਦੀ ਹੋਵੇ, ਯਾਤਰਾ ਪਾਇਆ ਹੋਵੇ, ਉਹਨੂੰ ਚੱਕ ਕੇ ਲੈ ਜਾਣਾ ਡਰੱਗ ਦੇ ਕੇਸ ਦੇ ਵਿੱਚ ਅੰਦਰ, ਨਿਆਣਿਆਂ ਨੇ 5-5 ਲੱਖ ਰੁਪਇਆ ਦਿੱਤਾ, ਤੁਸੀਂ ਆਓ ਮੈਂ ਤੁਹਾਨੂੰ ਲਾਈਵ ਇੰਟਰਵਿਊ ਦਵਾਉਣਾ ਪਿੰਡਾਂ 'ਚ। ਜਿਹੜਾ ਉਹ ਗਰੀਬ ਬੰਦਾ 500 ਦਿਹਾੜੀ ਦੇ ਰੁਪਏ ਦੀ ਦਿਹਾੜੀ ਕਰੇ ਨਾ, ਉਹਨੂੰ 5 ਲੱਖ ਰੁਪਇਆ ਦੇਣਾ ਪਵੇ ਮਾਤਾ ਛਡਾਉਣ ਨੂੰ, ਸਿਰਫ MLA ਦੀ ਭੁੱਖ ਪੂਰੀ ਕਰਨ ਨੂੰ। ਤੁਹਾਡੇ ਕੋਲ ਇਕੱਲੀ ਐਲੀਗੇਸ਼ਨਾਂ ਦੀ ਰਾਜਨੀਤੀ ਹੈ ਜਾਂ ਕੋਈ ਪੋਜ਼ਿਟਿਵ ਨੈਰੇਟਿਵ ਵੀ ਹੈਗਾ? ਮੰਨ ਲਓ ਮੈਂ ਕਹਿੰਦਾ ਤੁਸੀਂ ਇਲੈਕਸ਼ਨ ਲੜ ਰਹੇ ਹੋ, ਕੋਈ ਪੋਜ਼ਿਟਿਵ ਏਜੰਡਾ ਹੁੰਦਾ ਨਾ। ਮੈਂ ਸਪੈਸ਼ਲਾਈਜ਼ਡ ਬੰਦੇ ਸੁਲਤਾਨਪੁਰ 'ਚ ਪੈਦਾ ਕਰੂੰਗਾ ਤੇ ਉਹਨਾਂ ਨੂੰ ਕਾਰੋਬਾਰ ਦਿਵਾਉਂਗਾ। ਮੈਂ ਕ੍ਰੌਪ ਡਿਵਰਸੀਫਿਕੇਸ਼ਨ ਬਾਰੇ ਸੋਚਿਆ, ਜ਼ਿਮੀਂਦਾਰ ਦੀ ਆਮਦਨ ਕਿੱਦਾਂ ਵਧਾਈ ਜਾਵੇ। ਕਦੇ ਸੱਤਾ 'ਚ ਜਾਣੇ ਹੁੰਦੇ ਨੇ ਉਦੋਂ ਇਹ ਗੱਲਾਂ ਕਰਦੇ ਨੇ, ਜਦੋਂ ਸੱਤਾ 'ਚ ਆ ਜਾਂਦੇ ਨੇ ਉਦੋਂ ਗੱਲਾਂ ਹੋ ਰਹੀਆਂ। ਤੁਹਾਡਾ ਤਾਂ ਆਪਣਾ ਬਿਜ਼ਨਸ ਆ, ਤੁਸੀਂ ਕਦੇ ਕੋਈ ਆਪਣੀ ਮਤਲਬ ਹੁੰਦਾ ਨਾ, ਬੰਦਾ ਕਹਿੰਦਾ ਤੁਸੀਂ ਤੇ ਦੂਜਾ ਬੰਦਾ ਤਾਂ ਇਹ ਕਹਿ ਸਕਦਾ ਸਰਕਾਰ 'ਚ ਆਵਾਂਗੇ, ਪਾਵਰ ਹੋਊਗੀ ਫਿਰ ਕਰਾਂਗੇ।
ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਰਾਜਨੀਤੀ 'ਚ ਕੁਝ ਵੀ ਸਥਿਰ ਨਹੀਂ ਹੁੰਦਾ, ਪਲਕ ਝਪਕਦਿਆਂ ਹੀ ਬਹੁਤ ਕੁਝ ਬਦਲ ਜਾਂਦਾ ਹੈ। ਕਾਂਗਰਸ ਦੀ ਲਿਸਟ ਆਈ, ਬਹੁਤ ਸਾਰੀਆਂ ਬਗਾਵਤਾਂ ਹੋ ਰਹੀਆਂ ਨੇ ਔਰ ਬਹੁਤ ਕੁਝ ਕਿਹਾ ਜਾ ਰਿਹਾ ਹੈ। ਸੁਲਤਾਨਪੁਰ ਲੋਧੀ 'ਚ ਵੀ ਪੰਗਾ ਪੈ ਚੁੱਕਿਆ ਹੈ। ਰਾਣਾ ਗੁਰਜੀਤ ਸਿੰਘ ਦੇ ਬੇਟੇ ਰਾਣਾ ਇੰਦਰ ਸਿੰਘ ਮੈਦਾਨ 'ਚ ਨੇ। ਗੱਲਬਾਤ ਕਰਦੇ ਉਹਨਾਂ ਨਾਲ ਕਿ ਉਹ ਬਾਗੀ ਨੇ। ਸਵਾਗਤ ਹੈ ਰਾਣਾ ਜੀ ਤੁਹਾਡਾ ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ ਯਾਦਵਿੰਦਰ ਜੀ। ਕੀ ਕਹਾਂ ਮੈਂ ਤੈਨੂੰ, ਬਾਗੀ ਕਹਾਂ? ਨਹੀਂ, ਬਾਗੀ ਵਾਲੀ ਤੇ ਕੋਈ ਗੱਲ ਨਹੀਂ। ਮੈਂ ਤੇ ਸੁਲਤਾਨਪੁਰ ਦੇ ਲੋਕਾਂ ਦੇ ਨਾਲ 2004 ਤੋਂ ਜੁੜਿਆ। ਪਹਿਲਾਂ ਮੈਂ 2004 ਚ ਰਾਣਾ ਜੀ ਦੀ MP ਇਲੈਕਸ਼ਨ ਲੜੀ। ਉਦੋਂ ਮੇਰੀ ਉਮਰ ਸੀ 24 ਸਾਲ ਤੇ ਉਦੋਂ ਤੋਂ ਲੋਕਾਂ ਨਾਲ ਜੁੜੇ ਆ। ਉਸ ਤੋਂ ਬਾਅਦ 2009 ਦੀ ਇਲੈਕਸ਼ਨ ਲੜੀ ਤੇ ਹੁਣ ਮੈਂ ਮਹਿਸੂਸ ਕੀਤਾ ਕਿ ਸੁਲਤਾਨਪੁਰ ਦੇ ਲੋਕਾਂ ਨੂੰ ਅੱਜ ਇੱਕ ਚੰਗੇ ਲੀਡਰ ਦੀ ਲੋੜ ਹੈ। ਇਸ ਕਰਕੇ ਮੈਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ। ਸ਼ੇਰ ਆ ਨਾ, ਕਹਿੰਦੇ ਜੇ ਸੱਚ ਬੋਲਣਾ ਬਗਾਵਤ ਤਾਂ ਫਿਰ ਮੈਂ ਬਾਗੀ ਆ। ਸੱਚੀ ਗੱਲ ਇਹ ਵੀ ਹੋ ਸਕਦੀ ਹੈ, ਗੱਲ ਸੱਚੀ। ਮੈਂ ਤੁਸੀਂ ਬਾਗੀ ਕਿੱਥੇ ਨਹੀਂ, ਤੋਲਦੇ ਆਪਦੇ ਆਪ ਨੂੰ? ਮੈਂ ਤੁਹਾਨੂੰ ਪੁੱਛਿਆ ਮੈਂ ਬਾਗੀ ਨਹੀਂ ਆ। ਮੈਂ ਆਪਦੇ ਆਪ ਨੂੰ ਇਹ ਦੇਖਦਾ ਕਿ ਮੈਂ ਸੁਲਤਾਨਪੁਰ ਲੋਕਾਂ ਲੋਧੀ ਦੇ ਲੋਕ ਜੋ ਚਾਹੁੰਦੇ ਆ ਉਹ ਕਰ ਰਿਹਾ। ਕਿਉਂ ਇਹ ਰਾਹ ਕਿਉਂ ਚੁਣਨਾ ਪਿਆ? ਵੈਸੇ ਤੁਹਾਨੂੰ ਕਿਉਂ ਲੱਗਿਆ ਕਿ ਕਿਉਂਕਿ ਇਲੈਕਸ਼ਨਾਂ ਤਾਂ ਪਹਿਲਾਂ ਹੀ ਬਥੇਰੀਆਂ ਆਈਆਂ ਨੇ, ਤੁਹਾਨੂੰ ਇਹ ਕਿਉਂ ਲੱਗਿਆ ਕਿ 2022 ਚ ਹੀ ਤੁਸੀਂ ਕੈਂਡੀਡੇਟ ਬਣਨਾ? ਦੇਖੋ, ਮੈਂ ਨਾ ਜੀ ਦੀਵਾਲੀ ਤੋਂ ਬਾਅਦ ਅਜੇ ਤੱਕ ਮੈਨੂੰ ਚੇਤੇ ਹੈ 4 ਨਵੰਬਰ ਦੀ ਦੀਵਾਲੀ ਸੀ ਤੇ 6 ਨਵੰਬਰ ਨੂੰ ਮੈਂ ਸੁਲਤਾਨਪੁਰ ਲੋਧੀ 'ਚ ਆਇਆ, ਲੋਕਾਂ 'ਚ ਵਿਚਰਨਾ ਚਾਲੂ ਕੀਤਾ। ਆਇਆ ਮੈਂ ਗੰਨੇ ਤੇ ਚੁਕੰਦਰ ਦੀ ਬਿਜਾਈ ਦੇ ਰਿਲੇਟਡ ਸੀਗਾ। ਇੱਥੇ ਅਸੀਂ ਚੁਕੰਦਰ ਵੀ ਵਜਾਉਂਦੇ ਆ ਤੇ ਚਾਹੁੰਦੇ ਸੀ ਗੰਨਾ ਵੀ ਵਜਾਇਆ ਜਾਵੇ। ਪਰ ਜਦੋਂ ਮੈਂ ਲੋਕਾਂ ਦੇ ਵਿੱਚ ਵਿਚਰਨਾ ਚਾਲੂ ਕੀਤਾ ਤੇ ਸੁਲਤਾਨਪੁਰ ਲੋਧੀ ਦਾ ਹਾਲ ਇੰਨਾ ਮਾੜਾ ਗਰਾਊਂਡ ਤੇ ਲੋਕਾਂ ਦਾ ਦੇਖਿਆ। ਲੋਕਾਂ ਨਾਲ ਧੱਕੇ, ਨਜਾਇਜ਼ ਪਰਚੇ, ਕੋਈ ਲਾਅ ਐਂਡ ਆਰਡਰ ਦੀ ਪੋਜੀਸ਼ਨ ਨਹੀਂ ਤੇ ਲੋਕਾਂ ਦਾ ਖੂਨ ਚੂਸਿਆ ਜਾ ਰਿਹਾ ਸੀ। ਇਹ ਮੈਨੂੰ ਮਹਿਸੂਸ ਹੋਇਆ। 4 ਦਿਨ ਮੈਂ ਇੱਥੇ ਲਾਏ। ਉਹ 5ਵੇਂ ਦਿਨ ਮੈਂ ਮੰਚ ਧਾਰ ਲਿਆ ਕਿ ਵੀ ਹੁਣ ਇੱਥੇ ਲੋਕਾਂ ਦੀ ਸੇਵਾ ਕਰਨੀ ਹੈ ਤੇ ਲੋਕਾਂ ਨੂੰ ਇਸ ਖੂਹ ਚੋਂ ਕੱਢਣਾ ਹੈ। ਨਵਤੇਜ ਚੀਮਾ ਬਹੁਤ ਦਾਅਵੇ ਕਰਦੇ ਨੇ ਲਗਾਤਾਰ ਕਿ ਸੁਲਤਾਨਪੁਰ ਦਾ ਉਹਨਾਂ ਨੇ ਬਹੁਤ ਵਿਕਾਸ ਕਰਾਇਆ, ਸੁਲਤਾਨਪੁਰ 'ਚ ਬਹੁਤ ਵਧੀਆ ਕੁਝ ਹੋਇਆ। ਉਹਨਾਂ ਦੇ ਸਮਰਥਕ ਵੀ ਕਹਿੰਦੇ ਨੇ। ਵੇਖੋ ਜੀ, ਜਦੋਂ ਬੰਦਾ ਕੰਮ ਕਰਨ, ਕਿਸੇ ਵੀ ਕੰਮ ਨੂੰ ਕਰੇ ਨਾ, ਤਾਂ ਉਹਦੇ ਬਾਰੇ ਸੋਚਦਾ। 550 ਸਾਲਾਂ ਇਹ ਹਿਸਟਰੀ 'ਚ ਸਾਡੇ ਜਿੰਨੀ ਮੇਰੀ ਉਮਰ ਰਹਿ ਗਈ ਹੈ ਤੇ ਚਾਹੇ ਆਪਾਂ ਕਿਸੇ ਮਰਜ਼ੀ ਬਜ਼ੁਰਗ ਦੀ ਉਮਰ ਲੈ ਲਈਏ, ਉਹਨਾਂ ਦੀ ਲਾਈਫ 'ਚ ਤੇ ਸਾਡੀ ਜਿਹੜੀ ਪੈਂਡਿੰਗ ਲਾਈਫ ਹੈ ਉਹਦੇ ਵਿੱਚ ਕਦੇ ਕਿਸੇ ਹਲਕੇ ਨੂੰ ਇੰਨੀ ਗ੍ਰਾਂਟ ਡਿਵੈਲਪਮੈਂਟ ਵਾਸਤੇ ਨਹੀਂ ਮਿਲ ਸਕਦੀ ਜਿੰਨੀ ਸੁਲਤਾਨਪੁਰ ਲੋਧੀ ਨੂੰ 550ਵੇਂ ਸਾਲੇ ਤੇ ਮਿਲੀ। 550 ਕਰੋੜ ਰੁਪਈਆ ਸਿਰਫ ਤੇ ਸਿਰਫ ਪੰਜਾਬ ਸਰਕਾਰ ਵਾਲਾ। ਸੈਂਟਰ ਦੀ ਡਿਵੈਲਪਮੈਂਟ ਦੇ ਫੰਡਸ ਅਲੱਗ ਸੀ ਤੇ ਲੋਕਾਂ ਨੇ ਅੱਜ ਵੇਖੀਏ ਕਿ ਸੁਲਤਾਨਪੁਰ ਲੋਧੀ 'ਚ ਹੋਇਆ ਕੀ ਹੈ? ਕੁਝ ਨਹੀਂ ਹੋਇਆ। ਉਹ ਕਹਿੰਦੇ ਸਾਡੇ 250 ਕਰੋੜ ਨੂੰ 500 550 ਕਰੋੜ ਬਣਾਇਆ ਜਾ ਰਿਹਾ। ਇੱਕ ਦਿਨ ਮੈਂ ਡਿਬੇਟ ਸ਼ੋਅ ਕੀਤਾ ਸੀ, ਉੱਥੇ ਉਹਨਾਂ ਨੇ ਉੱਥੇ ਕਿਹਾ। ਦੇਖੋ, ਤੁਹਾਡੇ ਸਮਰਥਕ ਉੱਥੇ ਇਲਜ਼ਾਮ ਲਾ ਰਹੇ ਸੀ ਇਸੇ ਗੱਲ ਦਾ। ਦੇਖੋ, ਇਦਾਂ ਆ, 550 ਕਰੋੜ ਰੁਪਇਆ ਹੈ ਵੱਖਰੇ ਵੱਖਰੇ ਡਿਵੈਲਪਮੈਂਟ ਦੇ ਫੰਡਸ ਵਾਸਤੇ ਤੇ ਅਗਰ ਉਹ ਪੈਸਾ ਚੱਜ ਨਾਲ ਲੱਗ ਜਾਂਦਾ, ਪੂਰੇ ਪੰਜਾਬ ਦੇ ਵਿੱਚ ਕੋਈ ਹਲਕਾ ਨਹੀਂ ਜਿਹਨੂੰ ਇੱਕ ਸੱਟੇ 3 ਮਹੀਨਿਆਂ 'ਚ ਨੇ ਪੈਸੇ ਆਏ ਹੋਣ। ਆਪਾਂ ਵੀ ਵੇਖਦੇ ਨੇ MLA ਬੇਨਤੀ ਕਰਦੇ ਰਹਿੰਦੇ ਆ ਕਿ ਮੈਨੂੰ ਪੈਸੇ ਮਿਲ ਜਾਣ। ਤੇ ਮੈਂ ਤੁਹਾਨੂੰ ਦੱਸਾਂ, ਇੱਕ ਦਿਨ ਰਾਣਾ ਜੀ ਆਏ, ਅਸੀਂ ਟੇਬਲ ਤੇ ਬੈਠੇ ਤੇ ਆ ਕੇ ਕਹਿੰਦੇ ਮੇਰੇ ਮਦਰ ਨੂੰ ਕਿ ਵੀ ਅੱਜ ਨਾ 6 ਕਰੋੜ ਰੁਪਇਆ ਪਿੰਡਾਂ ਵਾਸਤੇ ਲਿਆਇਆ, 4 ਕਰੋੜ ਰੁਪਇਆ ਬਿਜਲੀ ਦੀਆਂ ਲਾਈਨਾਂ ਵਾਸਤੇ ਲਿਆਇਆ ਤੇ 6 ਕਰੋੜ ਰੁਪਇਆ ਹੋਰ ਸ਼ਹਿਰ ਵਾਸਤੇ ਆ ਜਾਊ। ਮੈਂ ਕਿਹਾ ਇਹ 16 ਕਰੋੜ ਰੁਪਏ 'ਚ ਸੰਤੁਸ਼ਟ ਹੋਈ ਫਿਰਦੇ ਆ, ਉੱਥੇ ਤਾਂ 550 ਆਇਆ ਸੀ। ਜੇ ਉਹ ਪੈਸਾ ਪ੍ਰੋਪਰਲੀ ਲੱਗ ਜਾਂਦਾ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਕਿਸੇ ਚੀਜ਼ ਦੀ ਕਮੀ ਪੇਸ਼ੀ ਨਹੀਂ ਹੋ ਸਕਦੀ ਸੀ। ਉਹ ਪੈਸਾ ਪ੍ਰੋਪਰਲੀ ਲੱਗਿਆ ਨਹੀਂ, ਉਸ ਪੈਸੇ ਦੀ ਦੁਰਵਰਤੋਂ ਹੋਈ। ਇਹ ਮੈਂ ਨਹੀਂ ਕਹਿੰਦਾ, ਇਹ ਸੁਲਤਾਨਪੁਰ ਲੋਧੀ ਦਾ ਇੱਕ ਇੱਕ ਨਾਗਰਿਕ ਕਹਿੰਦਾ। ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਿਓ ਕਿ ਨਵਤੇਜ ਸਿੰਘ ਚੀਮੇ ਨੇ ਬਾਬੇ ਨਾਨਕ ਦੇ ਪੈਸੇ ਖਾ ਲਏ। ਪਰ ਉਹ ਕਹਿੰਦੇ ਨੇ ਕਿ ਸਾਨੂੰ ਜਾਣਬੁੱਝ ਕੇ ਕੂੜ ਪ੍ਰਚਾਰ ਕੀਤਾ ਜਾ ਰਿਹਾ। RTI ਪਵਾ ਲਓ ਸਾਡੇ ਤੇ। ਪ੍ਰਚਾਰ ਛੱਡ ਦਿਓ, ਸੁਲਤਾਨਪੁਰ ਦੇ ਲੋਕ
ਚੀਜ਼ ਦਾ ਜਵਾਬ ਦੇ ਦੇਣ। ਜੇ ਸੁਲਤਾਨਪੁਰ ਦੇ ਲੋਕ ਕਹਿਣ ਰਾਣਾ ਗਲਤ ਕਹਿੰਦਾ ਤੇ ਮੈਂ ਨੀਵੀਂ ਥਾਂ ਬਹਿ ਜਾਊਂਗਾ। ਲੋਕਾਂ ਦਾ ਡਿਸੀਜਨ ਹੈ। ਤੁਸੀਂ ਇਹ ਦੇਖ ਲਓ। ਇਸ ਹਲਕੇ 'ਚ ਨਵੇਂ ਹੋ, ਤੁਹਾਡੇ ਨਾਲ ਕੋਈ ਹੈ? ਠੀਕ ਹੈ, ਤੁਸੀਂ ਮੰਤਰੀ ਦੇ ਬੇਟੇ ਹੋਗੇ, ਬਿਜ਼ਨਸਮੈਨ ਹੋ, ਤੁਹਾਡੇ ਨਾਲ ਕੋਈ ਹੈ ਉੱਥੇ, ਜਾਂ ਤੁਸੀਂ ਇਕੱਲੇ ਹੀ ਤੁਰੇ ਫਿਰੋਗੇ ਵੀ ਠੀਕ ਹੈਗਾ ਆਪਾਂ ਵੀ ਦੇਖ ਲਈਏ, ਆਨੰਦ ਲੈ ਲਈਏ ਰਾਜਨੀਤੀ 'ਚ, ਆਪਾਂ ਵੀ ਤੁਹਾਨੂੰ ਸ਼ੌਂਕ ਚੜਿਆ ਹੋਵੇ? ਤੁਹਾਡਾ ਬਹੁਤ ਵਧੀਆ ਸਵਾਲ ਹੈ। ਇਸ ਚੀਜ਼ ਦਾ ਜਵਾਬ ਹਲਕੇ ਤੋਂ ਬਾਹਰ ਵਾਲੇ ਬੰਦਿਆਂ ਨੂੰ ਨਹੀਂ ਪਤਾ ਹੁੰਦਾ। ਚੰਡੀਗੜ੍ਹ 'ਚ ਲੋਕ ਬੈਠੇ, ਬਾਕੀ ਪੰਜਾਬ 'ਚ ਆਪਦੇ ਡਰਾਇੰਗ ਰੂਮ 'ਚ ਬੈਠੇ ਆ, ਉਹ ਡਿਸਕਸ਼ਨ ਕਰ ਸਕਦੇ। ਇਸ ਚੀਜ਼ ਦਾ ਜਵਾਬ ਅਸਲ ਸੁਲਤਾਨਪੁਰ ਦੇ ਲੋਕ ਦੇਣਗੇ ਕਿ ਕੀ ਹੈ। ਮੈਂ 60 ਦਿਨਾਂ 'ਚ ਆਇਆ ਤੇ 200 ਪਲੱਸ ਪਿੰਡ ਨੇ, ਉਹਦੇ 'ਚੋਂ 100 ਪਲੱਸ ਸਰਪੰਚ ਤੇ ਮੋਤਵਾਰ ਬੰਦੇ ਜਦੋਂ ਕਹੋਗੇ ਖੜੇ ਕਰ ਦੂੰਗਾ। ਨੰਬਰ 1 ਤੁਹਾਡੇ ਨਾਲ ਨੇ? ਮੇਰੇ ਨਾਲ। ਨੰਬਰ 2 ਬਲਾਕ ਸੰਮਤੀ ਮੈਂਬਰ, ਇਹਨੂੰ ਹੀ ਆਪਾਂ ਇੱਕ ਸਟਰਕਚਰ ਗਿਣਦੇ ਆ। 17 ਬਲਾਕ ਸੰਮਤੀ ਮੈਂਬਰਾਂ 'ਚੋਂ 11 ਬਲਾਕ ਸੰਮਤੀ ਮੈਂਬਰ ਰਾਣਾ ਇੰਦਰ ਪ੍ਰਤਾਪ ਨਾਲ ਅੱਜ ਨਹੀਂ 30 ਦਿਨਾਂ ਦੇ ਵਿੱਚ ਡਟ ਕੇ ਖੜੇ ਹੋ ਗਏ ਸੀ। ਅੱਜ ਤਾਂ 60 ਦਿਨ ਹੋਏ ਆ ਤੇ ਕਾਂਗਰਸ ਦਾ ਜਿਹੜਾ ਢਾਂਚਾ ਆ ਉਹ ਮੈਜੋਰਿਟੀ ਮੇਰੇ ਨਾਲ ਜੁੜ ਗਿਆ। ਕਿਉਂ? ਐਮਐਲਏ ਸਿਟਿੰਗ ਹੋਵੇ ਤੇ ਮੈਜੋਰਿਟੀ ਬਲਾਕ ਸੰਮਤੀ ਮੈਂਬਰ ਛੱਡ ਕੇ ਚੱਲ ਜਾਣ। ਜਿਹੜੇ ਹੁਣ ਵੀ 2 3 4 ਰਹਿ ਰਹੇ ਆ, ਜਾਂ ਉਹਨਾਂ ਨੇ ਨਵਤੇਜ ਚੀਮੇ ਦੇ ਨਾਲ ਰਲ ਕੇ ਕਰਪਸ਼ਨ ਕੀਤੀ ਆ ਉਹ ਨੇ, ਜਾਂ ਜਿਨ੍ਹਾਂ ਤੇ ਨਜਾਇਜ਼ ਪਰਚੇ, ਉਹ ਕਹਿੰਦੇ ਵੀ 2 ਮਹੀਨੇ ਟਪਾ ਲਈਏ, 60 ਦਿਨ ਰਹਿ ਗਏ ਸੀ ਜਿੱਦਣ ਮੈਂ ਆਇਆ, ਉਹ ਕਹਿੰਦੇ ਸਮੇਂ ਟਪਾ ਲਈਏ ਤੇ ਫਿਰ ਆਪਾਂ ਖੁੱਲ ਕੇ ਚੱਲਾਂਗੇ। ਸੋ ਅੱਜ ਪਰਚਿਆਂ ਦੀ ਰਾਜਨੀਤੀ ਦਾ ਰੌਲਾ ਪੂਰੇ ਪੰਜਾਬ 'ਚ ਪੈਂਦਾ। ਮੈਂ ਉੱਥੇ ਡਿਬੇਟ ਕੀਤੀ ਹਲਕੇ 'ਚ, ਉੱਥੇ ਮੈਂ ਦੇਖ ਰਿਹਾ ਸੀ ਸਾਰੇ ਬੰਦਿਆਂ ਨੂੰ, ਉਹ ਕਹਿੰਦੇ ਸੀ ਅਸੀਂ ਕਰਾਏ ਨਹੀਂ, ਇਹ ਕਹਿੰਦੇ ਕਰਾਏ, ਸੌਹਾਂ ਵੀ ਖਾ ਗਏ। ਪਰਚਿਆਂ ਦੀ ਰਾਜਨੀਤੀ ਤੇ ਇੰਨੀ ਚਰਚਾ ਕਿਉਂ ਆ? ਦੇਖੋ ਜੀ, ਕਾਂਗਰਸ ਪਾਰਟੀ ਦੇ ਜਿਹੜੇ ਬੰਦੇ ਨਵਤੇਜ ਚੀਮੇ ਦੇ ਚੇਲਿਆਂ ਨੇ ਬੀਅਰ ਸਾਹਿਬ ਸਾਹਮਣੇ ਖੜੇ ਹੋ ਕੇ ਝੂਠ ਬੋਲਦਾ ਤੇ ਸਹੁੰ ਖਾ ਲਈ ਕਿ ਅਸੀਂ ਨਜਾਇਜ਼ ਪਰਚੇ ਨਹੀਂ ਕਰਾਏ, ਇਹਦਾ ਜਵਾਬ ਤੇ ਸੁਲਤਾਨਪੁਰ ਦੇ ਲੋਕ ਦੇਣਗੇ ਕਿ ਸੱਚ ਕੌਣ ਹੈ ਬੋਲ ਰਿਹਾ ਤੇ ਝੂਠ ਕੌਣ ਬੋਲ ਰਿਹਾ। ਮੈਂ ਲੋਕਾਂ ਨੂੰ ਇੱਕ ਗੱਲ ਇਹ ਦੱਸਣੀ ਚਾਹੁੰਦਾ ਕਿ ਅੱਜ ਸਮੇਂ ਆ ਗਿਆ ਡਿਸਾਈਡ ਕਰਨ ਦਾ ਕਿ ਬੰਦਾ ਕਿਹੜਾ ਰੱਖਣਾ, ਜਿਹਨੇ ਝੂਠੇ ਪਰਚੇ ਕਰਾਏ ਜਾਂ ਜਿਹੜਾ ਝੂਠੇ ਪਰਚਿਆਂ ਤੋਂ ਛੁਟਕਾਰਾ ਦੇਊਗਾ। ਮੈਂ ਇੱਕ ਚੀਜ਼ ਦਾ ਵਾਅਦਾ ਕਰਦਾ, ਤੁਸੀਂ ਅਗਰ ਯਾਦ ਕਰੋ ਜਦੋਂ ਪਿਛਲੀ ਸਰਕਾਰ ਆਈ ਸੀ ਕੈਪਟਨ ਸਾਹਿਬ ਦੀ, ਇੱਕ ਕਮਿਸ਼ਨ ਬਣਿਆ ਸੀ ਕਿ ਜਿੰਨੇ ਝੂਠੇ ਪਰਚੇ ਆ ਉਹ ਇਨਕੁਆਇਰੀ ਕਰਾ ਕੇ ਰੱਦ ਕੀਤੇ ਜਾਣਗੇ, ਬਣਿਆ ਸੀ ਨਾ। ਤੇ ਮੈਂ ਇੱਕ ਚੀਜ਼ ਸੁਲਤਾਨਪੁਰ ਦੇ ਲੋਕਾਂ ਨਾਲ ਵਾਅਦਾ ਕਰਦਾ ਕਿ ਮੈਂ ਨਾ ਕਦੇ ਕਿਸੇ ਝੂਠਾ ਪਰਚਾ ਕਰਾਉਣ ਬਾਰੇ ਸੋਚਿਆ ਕਦੇ, ਤੇ ਨਾ ਜਿੰਨੀ ਦੇਰ ਮੈਂ ਇਸ ਇਲਾਕੇ ਦੀ ਨੁਮਾਇੰਦਗੀ ਕਰੂੰਗਾ ਕੋਈ ਵੀ ਝੂਠਾ ਪਰਚਾ ਹੋਏਗਾ। ਸੋ ਲੋਕ ਡਿਸਾਈਡ ਕਰਨ ਕਿ ਝੂਠੇ ਪਰਚਿਆਂ ਵਾਲਾ ਬੰਦਾ ਇੱਕ ਬੰਨੇ ਆ ਤੇ ਝੂਠੇ ਪਰਚਿਆਂ ਤੋਂ ਛੁਟਕਾਰਾ ਦਿਵਾਉਣ ਵਾਲਾ ਬੰਦਾ ਇੱਕ ਬੰਨੇ ਆ। ਤੁਸੀਂ ਟਿਕਟ ਅਪਲਾਈ ਕੀਤੀ ਸੀ? ਬਿਲਕੁਲ ਕੀਤੀ ਸੀ। ਫਿਰ ਜੋ ਤੁਸੀਂ ਕਹਿ ਰਹੇ ਹੋ ਤੁਹਾਡਾ ਇੰਨਾ, ਤੁਹਾਡੇ ਨਾਲ ਸੰਮਤੀ ਮੈਂਬਰ ਵੀ ਨੇ, ਸਰਪੰਚ ਵੀ ਨੇ, ਫਿਰ ਕੀ ਪੋਲਿਟਿਕਸ ਹੋਈ ਹੈ ਕਿ ਟਿਕਟ ਤੁਹਾਨੂੰ ਨਹੀਂ ਮਿਲੀ? ਦੇਖੋ ਕਈ ਚੀਜ਼ਾਂ ਨਾ ਕਾਂਗਰਸ ਪਾਰਟੀ ਦੇ ਡਿਸਪਲਿਨ 'ਚ ਰਹਿ ਕੇ, ਕੋਈ ਪਾਰਟੀ ਦੀ ਪਾਲਿਸੀ ਹੁੰਦੀ ਆ, ਫਰੇਮਵਰਕ ਹੁੰਦਾ ਆ, ਉਹਦੇ 'ਚ ਰਹਿ ਕੇ ਡਿਸਾਈਡ ਹੁੰਦੀਆਂ। ਤੇ ਮੈਨੂੰ ਕੋਈ ਦੁੱਖ ਨਹੀਂ ਕਿ ਮੈਨੂੰ ਟਿਕਟ ਨਹੀਂ ਮਿਲੀ। ਪਹਿਲੀ ਗੱਲ ਮੈਂ ਤੁਹਾਨੂੰ ਯਾਦਵਿੰਦਰ ਜੀ ਇੱਕ ਗੱਲ ਹੋਰ ਦੱਸ ਦਿਆਂ, ਜਿਸ ਦਿਨ ਮੈਂ ਸੁਲਤਾਨਪੁਰ 'ਚ ਵੜਿਆ ਤੇ ਲੋਕਾਂ ਦਾ ਪਿਆਰ ਮਿਲਣਾ ਚਾਲੂ ਹੋਇਆ। 60 ਦਿਨਾਂ 'ਚ ਬੰਦੇ ਨੂੰ ਨਵੇਂ ਇਲਾਕੇ 'ਚ ਸਿੱਟ ਦਿਓ ਤੇ ਉਹਨੂੰ ਕਹੇ 100 ਸਰਪੰਚ ਤੇ ਮੈਜੋਰਟੀ ਬਲਾਕ ਸੰਮਤੀ ਮੈਂਬਰ ਲੈ ਆਵੇ ਨਾ, ਇੱਕ ਹਲਕਾ ਇੱਕ ਬੰਦਾ ਦੱਸ ਦਿਓ ਜਿਹਨੇ ਕੀਤਾ ਹੋਵੇ। ਮੈਂ ਤਾਂ ਇਹ ਕਹਿ ਸਕਦਾ ਕਿ ਮਹਿਸੂਸ ਕਰਦਾ ਕਿ ਬਾਬੇ ਨਾਨਕ ਦੀ ਕਿਰਪਾ ਹੋਈ ਹੈ। ਇਹ ਸਾਰਾ ਕੁਝ ਉਹ ਕਰਾ ਰਿਹਾ, ਮੈਂ ਨਹੀਂ ਕਰਨਾ। ਵਿੱਚ ਬੰਦਾ ਕੀ ਹੈ, ਕੁਝ ਵੀ ਨਹੀਂ। ਕਿਵੇਂ? ਵੇਖੋ ਇਲਾਕਾ ਨਵਾਂ, ਸਿਟਿੰਗ ਐਮਐਲਏ, ਮੈਜੋਰਿਟੀ ਲੋਕ ਉਹਦੇ ਨਾਲ, ਤੇ ਫਿਰ ਵੀ ਲੋਕ ਰਾਣੇ ਨਾਲ ਜੁੜ ਰਹੇ ਆ। ਇਹ ਬਾਬੇ ਦੀ ਕਿਰਪਾ ਹੈ। ਜਿਸ ਬੰਦੇ ਨੇ ਇਸ ਹਲਕੇ ਦੇ ਵਿੱਚ ਬਾਬੇ ਨਾਨਕ ਦੀ ਧਰਤੀ ਤੇ ਕੋਈ ਵੀ ਗਲਤ ਕੰਮ ਕਰੂਗਾ ਉਹ ਇੱਥੇ ਰਹੂਗਾ ਨਹੀਂ। ਨਵਤੇਜ ਚੀਮਾ ਜੀ ਵੀ ਕਹਿੰਦੇ ਆ ਕਿ ਜਿਹਨੇ ਬਾਬੇ ਨਾਨਕ ਦੀ ਧਰਤੀ ਤੇ ਗਲਤ ਕੰਮ ਕੀਤਾ ਉਹ ਰਹੂਗਾ ਨਹੀਂ। ਡਿਸਾਈਡ ਬਾਬੇ ਨਾਨਕ ਨੇ ਕਰ ਦੇਣਾ ਤੇ ਲੋਕਾਂ ਦੇ ਥਰੂ ਕਰਾਉਣਾ। ਤੁਹਾਡੇ ਪਿਤਾ ਜੀ ਕਾਂਗਰਸ 'ਚ ਨੇ, ਤੁਸੀਂ ਕਾਂਗਰਸ 'ਚੋਂ ਬਾਹਰ ਹੋ, ਕੱਲ ਨੂੰ ਪਾਰਟੀ ਕਹੂਗੀ ਤੁਹਾਡੇ ਪਿਤਾ ਜੀ ਨੂੰ ਕਿ ਆਪਣੇ ਬੇਟੇ ਨੂੰ ਸਮਝਾਓ, ਤੁਹਾਨੂੰ ਸਮਝਾ ਦੇਣਗੇ, ਘਰੇ ਬਿਠਾ ਦੇਣਗੇ? ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ,
ਤੁਸੀਂ ਮੈਨੂੰ ਸਵਾਲ ਪੁੱਛਿਆ ਸੀ ਤੁਸੀਂ ਅਪਲਾਈ ਕੀਤਾ ਸੀ ਟਿਕਟ ਬਾਰੇ, ਅਪਲਾਈ ਜ਼ਰੂਰ ਕੀਤਾ ਸੀ। ਜਦੋਂ ਮੈਂ ਹਲਕੇ 'ਚ 20 ਦਿਨ ਲਾ ਲਏ ਨਾ, ਤੇ ਅਖੀਰਲੇ 40 ਦਿਨਾਂ 'ਚ ਮੈਂ ਟਿਕਟ ਬਾਰੇ ਇੱਕ ਵਾਰ ਨਹੀਂ ਸੋਚਿਆ। ਸਿਰਫ ਮਨ 'ਚ ਇੱਕ ਚੀਜ਼ ਕਲੀਅਰ ਸੀ ਕਿ ਇਲੈਕਸ਼ਨ ਲੜਨੀ ਹੈ ਇੱਥੋਂ। ਤੇ ਜਦੋਂ ਮੈਨੂੰ ਕੱਲ ਪਤਾ ਲੱਗਿਆ 3:30 ਵਜੇ ਕਿ ਨਵਤੇਜ ਚੀਮੇ ਨੂੰ ਟਿਕਟ ਮਿਲ ਗਈ, ਤੇ ਮੈਂ ਕਿਹਾ ਮਜ਼ਾ ਹੋਣਾ ਹੋਊਗਾ। ਸੁਲਤਾਨਪੁਰ ਲੋਧੀ ਦੇ ਲੋਕ ਡਿਸਾਈਡ ਕਰਨਗੇ ਕਿ ਉਹ ਕਿਹਨੂੰ ਚਾਹੁੰਦੇ ਆ ਇੱਥੇ। 3 ਵਜੇ ਟਿਕਟ ਡਿਸਾਈਡ ਹੋਈ, 3 ਵਜੇ ਤੋਂ 7 ਵਜੇ 'ਚ 3 ਪੰਚਾਇਤਾਂ ਮੇਰੇ ਨਾਲ ਹੋਰ ਜੁੜੀਆਂ। ਕੀ ਦੱਸਦਾ ਕਿ ਲੋਕ ਸੁਲਤਾਨਪੁਰ ਲੋਧੀ ਦੇ ਨਵਤੇਜ ਚੀਮਾ ਨੂੰ ਆਪਣਾ ਇਲੈਕਟਿਡ ਰਿਪਰੈਜ਼ੈਂਟੇਟਿਵ ਨਹੀਂ ਦੇਖਣਾ ਚਾਹੁੰਦੇ। ਤੇ ਮੈਂ ਇੱਕ ਗੱਲ ਹੋਰ ਵਾਅਦਾ ਕਰਕੇ ਦੱਸ ਦਿੰਦਾ ਤੁਹਾਨੂੰ, ਇਸ ਵਾਰ ਤੇ ਫਿਊਚਰ ਦੇ ਵਿੱਚ ਵੀ ਕਦੇ ਵੀ ਨਵਤੇਜ ਸਿੰਘ ਚੀਮਾ ਸੁਲਤਾਨਪੁਰ ਲੋਧੀ ਤੋਂ ਨਹੀਂ ਜਿੱਤ ਸਕਦੇ। ਉਹਦੇ ਕਈ ਕਾਰਨ ਨੇ, ਜੇ ਮੈਂ ਤੁਹਾਨੂੰ ਗਿਣਾਉਣ ਜਾਵਾਂ ਤਾਂ ਤੁਸੀਂ ਹੈਰਾਨ ਹੋ ਜਾਓਗੇ। ਨਜਾਇਜ਼ ਪਰਚੇ, ਕਦੇ ਕਾਲਜ ਗੋਇੰਗ ਬੱਚੀਆਂ ਤੇ ਪਰਚੇ ਸੁਣੇ? ਨਜਾਇਜ਼ ਪਰਚੇ ਬੱਚੇ। ਇੱਕ ਸਾਡੇ ਇੱਥੇ ਪਿੰਡ ਆ ਮੈਰੀਪੁਰ, ਉੱਥੇ ਦਾ ਬਜ਼ੁਰਗ ਮੈਨੂੰ ਆ ਕੇ ਕਹਿੰਦਾ ਜੀ ਮੇਰੀ ਬੇਟੀ ਤੇ ਪਰਚਾ ਹੋਇਆ, ਉਹ ਇੱਕ ਵਰਲਡ ਚੈਂਪੀਅਨਸ਼ਿਪ 'ਚ ਜਾਂਦੀ ਆ, ਕੈਲੀਬਰ ਬੱਚੇ ਦਾ ਤੇ ਉੱਤੇ ਪਰਚੇ ਪਾਓ। ਬਜ਼ੁਰਗ ਲੇਡੀਜ਼ 70 ਸਾਲ ਦੀਆਂ ਮਾਤਾ ਤੇ ਪਰਚੇ। ਬੰਦਾ ਇੰਗਲੈਂਡ 'ਚ ਬੈਠਾ, ਅਮਰੀਕਾ 'ਚ ਬੈਠਾ, ਉਹਦੇ ਤੇ ਇੱਥੇ ਪਰਚਾ। ਸਿਵਾਏ ਸਿਰਫ ਆਪਣੀ ਪੈਸੇ ਦੀ ਫਰਸਟ੍ਰੇਸ਼ਨ ਪੂਰੀ ਕਰਨ ਨੂੰ, ਭੁੱਖ ਪੂਰੀ ਕਰਨ ਨੂੰ ਪਰਚੇ ਕੀਤੇ ਗਏ। ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਸਰਬਜੀਤ ਨਾਂ ਦਾ ESI SHO ਲਿਆ ਕੇ ਲਿਆਂਦਾ ਗਿਆ। ਉਹਨੇ ਸਿਵਾਏ ਲੁੱਟਣ ਤੋਂ ਕੋਈ ਕੰਮ ਨਹੀਂ ਕੀਤਾ। ਬੰਦੇ ਨੂੰ ਚੱਕ ਕੇ ਲਿਆਉਣਾ, ਹਵਾਲਾਤ 'ਚ ਦੇ ਦੇਣਾ, ਸਵੇਰੇ ਪੈਸੇ ਰਾਤ ਨੂੰ ਹਵਾਲਾਤ 'ਚ ਦੇ ਦੇਣਾ, ਸਵੇਰੇ ਪੈਸੇ ਲੈਣੇ ਤੇ ਛੱਡ ਦੇਣਾ। 5 ਲੱਖ 7 ਲੱਖ 10 ਲੱਖ ਇਹੋ ਜਿਹੇ ਕੇਸ ਹੈ। ਮੈਂ ਤੁਹਾਨੂੰ ਦੱਸਾਂ, ਹੈਰਾਨ ਹੋ ਜਾਓਗੇ। ਪਿੰਡ ਬੂਸਵਾਲ ਦਾ ਕੇਸ ਹੈ, ਔਨ TV ਆ, ਚੀਮੇ ਦਾ ਪਿੰਡ। ਮੇਰੇ ਕੋਲ ਬੰਦੇ ਆਏ, ਉਹ ਕਹਿੰਦੇ ਭਾਜੀ ਸਾਡੇ ਮੁੰਡੇ ਨੂੰ ਪੁਲਿਸ ਚੁਕਾਤਾ, ਤੇ ਜਿਹਨੇ ਪੁਲਿਸ ਤੋਂ ਚੁਕਾਤਾ। ਅਖੀਰ ਦੇ ਵਿੱਚ ਉਹਦੇ ਬਜ਼ੁਰਗ ਮਾਤਾ ਨੇ ਆਪਣੇ ਗਹਿਣੇ ਵੇਚ ਕੇ ਪੁੱਤ ਵਾਪਸ ਘਰੇ ਲਿਆਂਦਾ। ਜਦੋਂ ਇਹ ਸਿਚੁਏਸ਼ਨ ਆ ਜਾਏ ਨਾ, ਤੇ ਯੂ ਹੈਵ ਟੂ ਸਟੈਂਡ ਫॉर ਪੀਪਲ। ਉਸ ਦਿਨ ਮੈਂ ਮਨ 'ਚ ਧਾਰ ਲਿਆ ਕਿ ਹੁਣ ਸੁਲਤਾਨਪੁਰ ਲੋਧੀ ਤੋਂ ਲੋਕਾਂ ਦੀ ਸੇਵਾ, ਲੋਕਾਂ ਨਾਲ ਖੜੇ ਹੋਣਾ, ਇਹ ਇਲੈਕਸ਼ਨ ਲੜ ਕੇ ਹੀ ਹੋ ਸਕਦਾ। ਇਹਨਾਂ ਇਲਜ਼ਾਮਾਂ ਨੂੰ ਨਕਾਰਦੇ ਨੇ ਬਹੁਤ ਸਾਰੇ ਉਹਨਾਂ ਦੇ ਸਮਰਥਕ। ਹਾਲਾਂਕਿ ਚੀਮਾ ਨਾਲ ਅਸੀਂ ਗੱਲ ਕਰਾਂਗੇ, ਪਰ ਉਹਨਾਂ ਦੇ ਸਮਰਥਕ ਜਿਹੜੇ ਕਹਿੰਦੇ ਆ ਜੀ, ਤੁਸੀਂ ਉਹਦਾ ਇੱਕ ਓਪਨ ਤਰੀਕਾ ਆ, ਤੁਸੀਂ ਇੱਕ ਦਿਨ ਓਪਨ ਡਿਬੇਟ 'ਚ ਆਉਣ ਨੂੰ ਤਿਆਰ ਹੋ? ਮੈਂ ਕਿਹਾ ਜੀ ਖੁੱਲ ਕੇ ਨਵਤੇਜ ਚੀਮਾ ਜੇ ਕਹਿਣ ਕਿ ਆਓ ਮੇਰੇ ਨਾਲ, ਤੁਸੀਂ ਤੇ ਨਵਤੇਜ ਚੀਮਾ, ਸਿਰਫ ਮੈਂ ਤੇ ਨਵਤੇਜ ਚੀਮਾ, ਤੀਜਾ ਕੋਈ ਨਹੀਂ। ਪਰ ਇੱਕ ਗੱਲ ਹੈ, ਰਾਣੇ ਵੱਲੋਂ ਚੈਲੰਜ ਹੈ, ਨਵਤੇਜ ਚੀਮਾ ਨਾ ਹਿੱਲ ਜਾਏ, ਉਹ ਨਾ ਪੈਰ ਛੱਡ ਜਾਏ। ਰਾਣਾ ਕਦੇ ਪੈਰ ਨਹੀਂ ਛੱਡੂਗਾ। ਮੈਨੂੰ 1 ਦਿਨ ਦਾ ਨੋਟਿਸ ਦੇ ਦਿਓ ਬਸ, ਬਾਹਲਾ ਸਮੇਂ ਨਹੀਂ ਮੈਂ ਲੈਣਾ, ਕਿ ਮੈਂ ਪ੍ਰੋਗਰਾਮ ਆਪਣੇ ਸੈੱਟ ਕਰ ਲਾਂ। ਤੇ ਖੁੱਲੀ ਡਿਬੇਟ ਬੇਰ ਸਾਹਿਬ ਬਹਿ ਕੇ ਗੱਲ ਕਰਾਂਗੇ, ਬੇਰ ਸਾਹਿਬ ਦੇ ਬਾਅਦ, ਤਾਂ ਕਿ ਬੇਰ ਸਾਹਿਬ ਦਾ ਸਾਹਮਣੇ ਹੋਵੇ, ਜਨਤਾ ਚੋਂ ਸਵਾਲ ਲੈਵਾਂਗੇ, ਸਵਾਲ ਤੁਹਾਨੂੰ ਹੋਣਗੇ, ਜਨਤਾ ਦੱਸੇ ਵੀ ਆ। ਬਿਲਕੁਲ ਜਨਤਾ ਹੋਵੇ, ਉਹਨਾਂ ਦੇ ਸਮਰਥਕ ਹੋਣ ਚਾਹੇ ਤੁਹਾਡੇ ਹੋਣ, ਚਾਹੇ ਮੇਰੇ ਹੋਣ, ਪਰ ਉਹ ਹੋਵੇ ਡਿਸਪਲਿਨ ਨਾਲ, ਤਾਂ ਕਿ ਮਜ਼ਾ ਆਵੇ, ਲੋਕ ਸੁਣ ਸਕਣ, ਰੌਲੇ ਵਾਲਾ ਕੰਮ ਨਾ ਹੋਵੇ। ਇਹ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰੂੰਗਾ ਜੇ ਤੁਸੀਂ ਇਹ ਕੰਮ ਕਰਕੇ ਦਿਓਗੇ। ਤੁਹਾਨੂੰ ਲੱਗਦਾ ਨਹੀਂ ਹੋਣਗੇ? ਉਹ ਨਹੀਂ ਆਉਣਗੇ, ਮੈਂ ਚੈਲੰਜ ਕਰਦਾ, ਨਹੀਂ ਆਉਣਗੇ। ਸੁਲਤਾਨਪੁਰ ਦੇ ਲੋਕ ਉੱਥੇ ਬੈਠੇ ਹੋਣਗੇ ਤੇ ਸਵਾਲ ਪੁੱਛਣਗੇ, ਉਹ ਆਉਣਗੇ ਨਹੀਂ। ਜੇ ਉਹ ਆ ਗਏ ਤਾਂ ਉਹ ਸੱਚੇ ਹੋਣਗੇ, ਬੇਰ ਸਾਹਿਬ ਸਾਹਮਣੇ ਬਹਿ ਕੇ ਕਹਿਣਗੇ ਕਿ ਵੀ ਭਾਈ ਮੈਂ ਕੋਈ ਝੂਠਾ ਪਰਚਾ ਨਹੀਂ ਕੀਤਾ, ਮੈਂ ਲੋਕਾਂ ਨੂੰ ਲੁੱਟਿਆ ਨਹੀਂ। ਤਹਿਸੀਲ ਦੀ ਗੱਲ ਕਰ ਲਓ, ਤਹਿਸੀਲ ਦੇ ਵਿੱਚ ਫਿਰ ਰੇਟ ਲਿਸਟ ਹੈ, ਜਿਵੇਂ ਰੈਸਟੋਰੈਂਟ 'ਚ ਰੋਟੀ ਖਾਣ ਜਾਈਏ ਨਾ, ਇਹ ਰੇਟ ਲਿਸਟ ਲੱਗੀ ਆ, ਰਜਿਸਟਰੀ ਕਰਾਉਣ ਦੇ ਇੰਨੇ ਪੈਸੇ, ਫਰਦ ਘਟਾਉਣ ਦਾ 5000 ਰੁਪਈਆ, 500 ਰੁਪਈਆ ਪਰ ਪੇਜ ਹੈ ਫਰਦ ਘਟਾਉਣ ਦਾ ਰੇਟ। ਪਟਵਾਰੀ ਨੂੰ ਪੁੱਛੋ ਨਾ। ਇਹ ਕਰਪਸ਼ਨ ਦਾ ਰੌਲਾ ਤਾਂ ਪੂਰੇ ਪੰਜਾਬ 'ਚ ਹੀ ਪੈਂਦਾ, ਇਹ ਕਿਹੜਾ ਇਕੱਲੇ ਸੁਲਤਾਨਪੁਰ ਲੋਧੀ ਦਾ ਮਸਲਾ ਹੋਊਗਾ? ਸਰ ਸੁਲਤਾਨਪੁਰ ਲੋਧੀ ਦੇ ਵਿੱਚ ਫਰਦ 6-6 ਮਹੀਨੇ ਨਹੀਂ ਨਿਕਲਦੀ,
ਮੈਂ ਹੈਰਾਨ ਹੋ ਗਿਆ, ਵਿਰਾਸਤੀ ਇੰਤਕਾਲ 3-3 ਸਾਲ ਨਹੀਂ ਹੁੰਦੇ। ਇੱਕ ਸਰਟੀਫਿਕੇਟ ਬੰਦੇ ਨੇ ਕੱਢਣਾ ਹੋਵੇ, ਉਹਦੀ ਰੇਟ ਲਿਸਟ ਹੈ, ਸ਼ਾਮ ਨੂੰ ਐਮਐਲਏ ਕੋ ਹਿਸਾਬ ਜਾਂਦਾ, ਤੇ ਜੇ ਲੋਕ ਜਾ ਕੇ ਐਮਐਲਏ ਨੂੰ ਪੁੱਛ ਲੈਣ ਨਾ ਕਿ ਭਾਈ ਸਾਹਿਬ ਉਹ ਰੇਟ, ਉਹ ਪੈਸੇ ਮੰਗਦਾ ਤੁਹਾਡੇ ਨਾਂ ਦੇ, ਕਹਿੰਦਾ ਪ੍ਰੂਫ ਲਿਆ ਕੇ ਲਿਆਓ, ਤੁਸੀਂ ਐਵੇਂ ਇੰਜਾਮ ਲਾਈ ਜਾਂਦੇ ਹੋ। ਉਹ 10,000 ਰੁਪਇਆ ਦੇ ਰੇਟ ਹੁੰਦਾ, ਜਦੋਂ ਐਮਐਲਏ ਕੋਲ ਚੱਲ ਜਾਂਦਾ ਉਸ ਤੋਂ ਬਾਅਦ ਉਹ ਕਹਿੰਦੇ 50,000 ਰੁਪਇਆ ਲੈਣਾ, ਕੰਮ ਕਰਨਾ ਕਰਾਉਣਾ, ਕਰਨੀ ਤੇ ਚੱਲ ਕੇ। ਲੋਕਾਂ ਨੂੰ ਨੱਪ ਕੇ ਸਿਰਫ ਤੇ ਸਿਰਫ ਪੈਸਾ ਲੁੱਟਿਆ ਗਿਆ। ਤੇ ਸਭ ਤੋਂ ਮਾੜੀ ਗੱਲ ਇਹ ਹੈ ਕਿ ਉਹ ਪੈਸਾ ਸਾਰਾ ਸੁਲਤਾਨਪੁਰ ਦੇ ਲੋਕਾਂ ਤੋਂ ਲੁੱਟਿਆ ਗਿਆ, ਇਹ ਕੋਈ ਬਖਸ਼ਿਆ ਨਹੀਂ ਜਾਣਾ। ਨਵਤੇਜ ਚੀਮਾ ਸਿਟਿੰਗ ਐਮਐਲਏ ਨੇ, ਦੂਸਰੇ ਪਾਸੇ ਅਕਾਲੀ ਦਲ ਤੋਂ ਨੇ ਕੈਪਟਨ ਸਾਹਿਬ, ਦੂਸਰੇ ਪਾਸੇ ਸੱਜਣ ਚੀਮਾ ਨੇ। ਇਹ ਕਿਹਾ ਜਾਂਦਾ ਕਿ ਕੈਪਟਨ ਸਾਹਿਬ ਨਾਲ ਤੁਹਾਡੀਆਂ ਬੜੀਆਂ, ਕੋਈ ਕਹਿੰਦਾ ਰਿਸ਼ਤੇਦਾਰੀ ਹੈ ਜੀ, ਨਜ਼ਦੀਕੀ ਹੈ, ਤੁਸੀਂ ਉਹਨਾਂ ਨੂੰ ਮਦਦ ਕਰਨ ਜਾ ਰਹੇ ਹੋ, ਇਹ ਨਹੀਂ ਪਤਾ ਉਹਨਾਂ ਦੇ ਪੱਖ 'ਚ ਬੈਠ ਜਾਓ, ਇਸ ਤਰ੍ਹਾਂ ਦੀਆਂ ਚਰਚਾਵਾਂ। ਦੇਖੋ, ਇਸ ਤਰ੍ਹਾਂ ਦੀਆਂ ਬਹੁਤ ਚਰਚਾਵਾਂ ਤੁਹਾਡੇ ਰਿਸ਼ਤੇਦਾਰ ਨੇ, ਪਹਿਲਾਂ ਤਾਂ ਕਲੀਅਰ ਕਰ ਦਿਓ। ਪਹਿਲੀ ਗੱਲ ਮੈਂ ਦੱਸਾਂ, ਰਿਸ਼ਤੇਦਾਰ ਨਹੀਂ ਆ। ਰਾਣਾ ਜੀ ਨੇ ਜਦੋਂ ਐਮਪੀ ਦੀ ਇਲੈਕਸ਼ਨ ਲੜੀ 2004 'ਚ, ਤੇ ਉਹਨਾਂ ਨੇ ਤਾਂ ਮੈਂ ਇਕੱਠੇ ਹੋ ਕੇ ਕੰਮ ਕੀਤਾ ਸੀ ਗਰਾਊਂਡ ਦੇ ਉੱਤੇ, ਠੀਕ ਹੈ ਜੀ। ਤੇ ਉਹਦੇ ਤੋਂ ਬਾਅਦ ਜਦੋਂ ਐਮਪੀ ਕੋ ਹਲਕੇ 9 ਹੁੰਦੇ ਆ, ਤੇ ਸੁਲਤਾਨਪੁਰ ਇੱਕ ਹਲਕਾ ਇਦਾਂ ਦਾ ਸੀ ਜਿਹੜਾ ਬਗੈਰ ਨੇਤੇ ਤੋਂ ਸੀਗਾ, ਕਾਂਗਰਸ ਪਾਰਟੀ ਦੇ ਨੇਤੇ ਤੋਂ। 2004 ਦੀ ਇਲੈਕਸ਼ਨ ਕਾਂਗਰਸ ਤੇ ਇਸ ਇਲਾਕਾ ਉਹ ਸੀ ਜਿੱਥੋਂ ਅਕਾਲੀ ਦਲ 30,000 ਵੋਟ ਤੇ ਜਿੱਤਦਾ ਹੁੰਦਾ ਸੀ। 30,000 ਵੋਟ ਬਹੁਤ ਮਾਇਨਾ ਰੱਖਦੀ ਆ, ਤੇ ਅਸੀਂ 40 ਦਿਨਾਂ 'ਚ ਉਹਨੂੰ 1300 ਵੋਟ ਪੋਜ਼ਿਟਿਵ ਤੇ ਲੈ ਆਏ ਸੀ, ਸਿਰਫ 40 ਦਿਨਾਂ 'ਚ। 2004 ਦੀ ਗੱਲ ਹੈ। ਦੋ ਕੈਪਟਨ ਸਾਹਿਬ ਮੇਰੇ ਨਾਲ ਸੀ। 2007 ਦੇ ਵਿੱਚ ਐਮਐਲਏ ਦੀ ਇਲੈਕਸ਼ਨ ਹੋਈ, ਨਵਤੇਜ ਚੀਮਾ ਜੀ ਹਾਰ ਗਏ। 2009 ਦੇ ਵਿੱਚ ਫਿਰ ਐਮਪੀ ਦੀ ਇਲੈਕਸ਼ਨ ਹੋਈ, ਤੇ ਅਸੀਂ ਜਾ ਕੇ ਇਲੈਕਸ਼ਨ ਲੜੀ, ਤੇ ਨਵਤੇਜ ਚੀਮੇ ਨੂੰ ਘਰੇ ਬਿਠਾਤਾ ਸੀ, ਬਾਹਰ ਨਹੀਂ ਨਿਕਲਣ ਦਿੱਤਾ ਸੀ। ਕੈਂਪੇਨਿੰਗ ਤੇ ਛੱਡੋ, ਇੱਕ ਪਿੰਡ 'ਚ ਨਹੀਂ ਗਿਆ, ਤੇ ਅਸੀਂ ਉੱਥੇ ਰਹਿ ਕੇ ਇਲੈਕਸ਼ਨ ਲੜੀ ਸੀ ਐਮਪੀ ਦੀ। ਤੇ ਜਿੱਥੇ ਉਹ ਹਾਰਿਆ ਸੀ ਨਾ, ਉੱਥੇ 4500 ਵੋਟ ਦੇ ਨਾਲ ਜਿੱਤ ਕੇ ਆਏ ਸੀ। ਇਹ ਦੱਸਦਾ ਹੈ ਕਿ ਲੋਕ ਕੰਮ ਚਾਹੁੰਦੇ ਆ, ਤੇ ਜਿਹੜਾ ਬੰਦਾ ਕੰਮ ਕਰੂਗਾ ਉਹਨੂੰ ਰਿਵਾਰਡ ਮਿਲੂਗਾ। ਨਵਤੇਜ ਚੀਮੇ ਨਾਲ ਪੰਗੇ ਪੁਰਾਣੇ ਹੀ ਰਹੇ ਆ ਤੁਹਾਡੇ? ਨਵਤੇਜ ਚੀਮੇ ਨਾਲ ਪੰਗੇ ਪੁਰਾਣੇ ਰਹੇ ਆ। ਕੀ ਇਹ ਕਾਰਨ ਤਾਂ ਨਹੀਂ ਫਿਰ ਪੰਗੇ ਰਹੇ ਹੈਗੇ ਤਾਂ ਮੈਦਾਨ 'ਚ ਤੁਸੀਂ? ਨਹੀਂ, ਜਦੋਂ ਪੰਗੇ ਰਹੇ ਤੇ ਮੈਂ ਫਿਰ 15 ਸਾਲ ਮੈਦਾਨ 'ਚ ਨਹੀਂ ਆਇਆ। ਜਦੋਂ ਮੈਂ ਜਾ ਕੇ ਵੇਖਿਆ ਉੱਥੇ ਹਾਲ ਕੀ ਹੈ ਲੋਕਾਂ ਦਾ, ਤਾਂ ਮੈਦਾਨ 'ਚ ਆਇਆ। ਜਿਹੜੀ ਇਹ ਲੁੱਟ ਹੋਈ ਨਾ, ਪਹਿਲੇ ਸਾਲ ਤੋਂ ਇਹਨੇ ਕੰਮ ਚਾਲੂ ਕਰਤਾ। 18 ਕਿੱਲੇ ਦਾ ਮਾਲਕ ਸੀ, 2 ਭਰਾ ਨੇ, 9 ਕਿੱਲੇ ਜ਼ਮੀਨ ਹੈ। ਜੋ ਮੈਂ ਲੋਕਾਂ ਤੋਂ ਸੁਣਦਾ, ਮੈਂ ਐਫੀਡੇਵਿਟ ਨਹੀਂ ਦੇਖਿਆ ਇਹਨਾਂ ਦਾ। ਭਾਵੇਂ ਤੁਸੀਂ ਇਹਨਾਂ ਦਾ ਪਿਛਲਾ ਇਲੈਕਸ਼ਨ ਕੇ ਐਫੀਡੇਵਿਟ ਕੱਢ ਕੇ ਵੇਖ ਲਓ, ਲਿਸਟ ਆਫ ਐਸੈਟ ਕੀ ਸੀ। ਤੇ 5 ਸਾਲਾਂ ਦੇ ਵਿੱਚ ਇਹ ਕਿੱਥੋਂ ਕਿੱਥੇ ਪਹੁੰਚ ਗਏ ਆ, ਉਹ ਸੁਲਤਾਨਪੁਰ ਦੇ ਲੋਕ ਜਵਾਬ ਦੇਣਗੇ। ਉਹ ਵੇਖਦੇ ਆ ਕਿੱਥੋਂ ਕਿੱਥੇ ਪਹੁੰਚਿਆ। ਸਰਬਜੀਤ ਐਸਐਚਓ ਨੇ ਲੈ ਕੇ ਆਏ ਰਾਣਾ ਜੀ ਕੋ ਸੁਲਤਾਨਪੁਰ ਦੇ ਲੋਕ, ਜਿਹਦੀ ਉੱਥੇ ਬਾਹ ਨਹੀਂ ਨਾ ਫੜੀ ਜਾਂਦੀ ਸੀ, ਧੱਕਾ ਹੁੰਦਾ ਸੀ, ਉਹ ਇਸ ਦਫ਼ਤਰ ਤੋਂ ਆਉਂਦਾ ਸੀ ਜਿੱਥੇ ਆਪਾਂ ਬੈਠੇ ਆ, ਉੱਥੇ ਉਹਨੂੰ ਨਿਆਂ ਮਿਲਦਾ ਸੀ। ਤੇ ਲੋਕਾਂ ਨੇ ਕਹਿਣਾ ਜੀ ਨਜਾਇਜ਼ ਪਰਚੇ, ਅਸੀਂ ਇਨਕੁਆਇਰੀ ਕਰਾ ਕੇ ਬੰਦਿਆਂ ਨੂੰ ਨਿਆਂ ਦਿਵਾਉਣਾ। ਜਦੋਂ ਇੰਨਾ ਰੌਲਾ ਪੈਣ ਲੱਗ ਪਿਆ ਵੀ ਪੈਸੇ ਬਹੁਤ ਖਾਂਦਾ, ਲੁੱਟਦਾ ਲੋਕਾਂ ਨੂੰ, ਤੇ ਉਹਦੇ ਤੋਂ ਬਾਅਦ ਇਹਦੀ ਬਦਲੀ ਕਰਾਈ ਰਾਣਾ ਜੀ ਨੇ 1.5 ਸਾਲ 'ਚ। ਚੌਥੇ ਦਿਨ ਨਵਤੇਜ ਚੀਮਾ ਬਹਿ ਕੇ ਇਹਨੂੰ ਵਾਪਸ ਲੈ ਆਇਆ, ਤਾਂ ਕਿ ਇਹਦੀ ਮਸ਼ੀਨ ਪੈਸੇ ਵਾਲੀ ਬੰਦ ਹੋ ਚੁੱਕੀ ਸੀ। ਤੇ ਉਸ ਤੋਂ ਬਾਅਦ ਇਹਨੇ ਫਿਰ 2.5 ਸਾਲ ਚਲਾਇਆ ਕੰਮ, ਲੋਕਾਂ ਨੂੰ ਲੁੱਟਿਆ ਤੇ ਕੁੱਟਿਆ। ਤੁਸੀਂ ਬਿਊਟੀ ਵੇਖੋ ਇੱਕ ਚੀਜ਼ ਦੀ, ਤਹਿਸੀਲ ਹਾਈਐਸਟ ਆਰਡਰ ਆਫ ਕਰਪਸ਼ਨ, ਸਭ ਤੋਂ ਵੱਧ ਕਰਪਸ਼ਨ ਸੁਲਤਾਨਪੁਰ ਲੋਧੀ 'ਚ। ਪੁਲਿਸ, ਤਹਿਸੀਲ, ਖਰਾਬਾ, ਫਲੱਡ ਆਇਆ, ਦਰਿਆ, ਨੈਚੁਰਲ ਕਲਾਈਮੇਟ ਹੀ ਹੈ। ਜਲੰਧਰ ਹਲਕਾ ਨਾਲ ਲੱਗਦੀ ਆ ਵੱਟ, ਤੇ ਉਧਰੋਂ ਨਾਲ ਸੁਲਤਾਨਪੁਰ ਚਾਲੂ ਹੋ ਜਾਂਦਾ। ਉੱਥੇ ਪੰਜਾਬ ਸਰਕਾਰ ਨੇ ਖਰਾਬੇ ਦੇ ਪੈਸੇ ਦਿੱਤੇ। ਲਾਡੀ ਜੀ ਨੇ ਇੱਕ ਪਿੰਡ ਜਾ ਕੇ ਹੋਕਾ ਮਾਰ ਕੇ ਕਿਹਾ ਵੀ ਭਾਈ ਕਿਸੇ ਦੇ ਪੈਸੇ ਪੈਣ ਵਾਲੇ ਰਹਿ ਗਏ ਹੋਣ, ਕਿਸੇ ਪਟਵਾਰੀ ਤੋਂ ਗਲਤੀ ਹੋ ਗਈ ਹੋਵੇ, ਹੁਣੀ ਠੀਕ ਕਰ ਲਓ। ਇੱਕ ਬੰਦੇ ਨੂੰ ਖਰਾਬੇ ਦੇ ਪੈਸੇ ਦਵਾਏ, ਤੇ ਸੁਲਤਾਨਪੁਰ ਲੋਧੀ 'ਚ ਪੈਸੇ ਆਏ ਖਰਾਬੇ ਦੇ। ਤੁਸੀਂ ਮੰਡ ਦੇ ਇਲਾਕੇ 'ਚ ਜਾ ਕੇ ਪੁੱਛੋ ਤਾਂ ਸਹੀ, ਗਰਾਊਂਡ ਤੇ
ਸਰਕਾਰ ਦੇ ਪੈਸੇ ਆਏ, ਲੋਕਾਂ ਨੂੰ ਨਹੀਂ ਮਿਲੇ। ਪੈਸੇ ਕਿੱਥੇ ਗਏ? 3 ਮਹੀਨੇ HDFC ਬੈਂਕ ਚੋਂ ਪੈਸੇ ਰੁਕੇ ਰਹੇ ਸਿਰਫ ਵਿਆਜ ਖਾਣ ਨੂੰ, ਜਿੱਥੇ ਲੋਕਾਂ ਦੇ ਘਰੇ ਚੁੱਲ੍ਹਾ ਨਹੀਂ ਬਲਦਾ ਸੀ। ਕਿਸੇ ਬੰਦੇ ਦੀ ਸਾਰੀ ਫਸਲ ਖਰਾਬ ਹੋ ਗਈ ਹੋਵੇ ਨਾ ਸਾਲ ਦੀ, ਤੇ ਉਹ ਜਾਣਦਾ ਵੀ ਸਿਚੁਏਸ਼ਨ ਕੀ ਹੈਗੀ ਆ। ਪੈਸੇ ਖੱਦ ਗਏ। ਆਯੁਸ਼ਮਾਨ ਕਾਰਡ, ਲੋਕਾਂ ਦੇ ਆਯੁਸ਼ਮਾਨ ਕਾਰਡ ਇਕੱਠੇ ਕਰਕੇ ਉਹ ਸਕੈਮ ਚੱਲ ਰਿਹਾ। ਉਹ ਵਿਜੀਲੈਂਸ 'ਚ ਉਹਦੀ ਇਨਕੁਆਇਰੀ ਚੱਲ ਰਹੀ ਆ। ਜਦੋਂ ਬੰਦਾ ਸਰਕਾਰ 'ਚ ਹੁੰਦਾ ਉਹਨੂੰ ਦਬਾ ਲੈਂਦਾ, ਪਰ ਉਹ ਹੁਣ ਦਬਣੀ ਨਹੀਂ, ਖੁੱਲਣੀ ਆ। ਗਰੀਬ ਜਨਤਾ ਦੀਆਂ ਪਾਲਿਸੀਆਂ ਸਰਕਾਰ ਆਟਾ ਦਾਲ ਸਕੀਮ ਦਿੰਦੀ ਆ। ਇੱਕ ਹੀ ਹਲਕਾ ਸੁਲਤਾਨਪੁਰ ਲੋਧੀ ਆ ਜਿੱਥੇ ਲੋਕਾਂ ਤੋਂ ਪਰਚੀਆਂ ਕਟਾ ਲਈਆਂ ਗਈਆਂ, ਪੈਸੇ ਲੈ ਲਏ, ਤੇ ਉਸ ਤੋਂ ਬਾਅਦ ਕਣਕ ਨਹੀਂ ਦਿੱਤੀ। ਫਿਰ ਵੀ ਐ ਕਿਉਂ ਆਗਾ ਕਿ ਤੁਸੀਂ ਕਹਿੰਦੇ ਇੰਨਾ ਕੁਛ ਆ, ਇਹ ਤੁਹਾਡੇ ਇਲਜ਼ਾਮ ਨੇ, ਮੈਂ ਤੁਹਾਨੂੰ ਉਹਦੇ ਬਾਵਜੂਦ ਵੀ ਟਿਕਟ ਮਿਲ ਜੇ? ਮੈਂ ਕਿਹਾ ਇਲਜ਼ਾਮ ਨਹੀਂ, ਉਹਦੇ ਤੇ ਆਉਂਦਾ ਮੈਂ। 250 ਟਰੱਕ ਜਿੱਥੋਂ ਖੜਾ ਕਰੀਏ ਨਾ ਸੁਲਤਾਨਪੁਰ ਦੀ, 250 ਟਰੱਕ ਬਣ ਜਾਂਦਾ। 250 ਟਰੱਕ ਦਾਣਿਆਂ ਦਾ ਗਰੀਬ ਜਨਤਾ ਦਾ ਗਬਨ ਹੋਇਆ। MLA ਅੱਜ ਤੱਕ ਨਹੀਂ ਬੋਲਿਆ। ਪਾਲਿਸੀ ਸਰਕਾਰ ਦੀ ਫ੍ਰੀ ਦਾਣੇ ਦੇਣ ਵਾਲੀ, MLA ਕਿਉਂ ਨਹੀਂ ਬੋਲਿਆ ਅੱਜ ਤੱਕ ਵੀ ਭਾਈ ਇਹ ਦਾਣੇ ਕਿੱਥੇ ਗਏ? ਇਹ ਤਾਂ ਇੱਕ ਕੰਮ ਹੋ ਗਿਆ ਵੀ ਆਪਾਂ ਦੁਕਾਨ ਤੇ ਮੋਬਾਈਲ ਲੈਣ ਚੱਲ ਜਾਈਏ, ਉਹਦੇ ਪੈਸੇ ਦੇ ਦਿੱਤੇ ਤੇ ਮਗਰੋਂ ਕਹੇ ਬੰਦਾ ਵੀ ਮੋਬਾਈਲ ਤਾਂ ਹੋ ਗਿਆ ਚੋਰੀ, ਤੇ ਪੈਸੇ ਵੀ ਤੁਹਾਡੇ ਪਏ, ਚੱਲ ਜੋ ਕਰਨ। ਅੱਜ ਤੱਕ ਇਹ ਮੁੱਦਾ ਕਿਉਂ ਨਹੀਂ ਚੱਕਿਆ? ਗਰੀਬ ਜਨਤਾ ਨੂੰ ਖਾਧਾ ਇਹਨੇ, ਉਹਨਾਂ ਦੇ ਦਾਣੇ ਖਾਧੇ, ਜ਼ਿਮੀਂਦਾਰਾਂ ਦਾ ਖਰਾਬਾ ਖਾਧਾ, ਹੈਲਥ ਵਰਕਰਸ ਦਾ, ਜਿਹੜੇ ਬਿਮਾਰ ਲੋਕੀ ਉਹਨਾਂ ਦਾ ਆਯੁਸ਼ਮਾਨ ਕਾਰਡ ਦੇ ਪੈਸੇ ਖਾਧੇ ਆ। ਕੋਈ ਚੀਜ਼ ਛੱਡੀ ਨਹੀਂ। ਫਿਰ ਇਹਦੇ ਤੇ ਮੈਂ ਹੀ ਪੁੱਛ ਰਿਹਾ ਕਿ ਰਾਹੁਲ ਗਾਂਧੀ, ਹਰੀਸ਼ ਚੌਧਰੀ, CM ਚੰਨੀ ਕਿਉਂ ਟਿਕਟ ਤੇ ਉੱਥੋਂ ਆਈ ਹੈ ਨਾ? ਸਿੱਧੂ ਵੀ ਵਿੱਚ ਲਾ ਲਓ, ਆਪਾਂ ਸਿੱਧੂ ਦਾ ਰੈਲੀ ਕਰਕੇ ਗਏ ਨੇ ਇੱਥੇ। ਸਿੱਧੂ ਦਾ ਬਿਆਨ ਜਿਹੜਾ ਉਹ ਥਾਣੇਦਾਰ ਵਾਲਾ ਇੱਥੇ ਵਾਇਰਲ ਹੋਇਆ ਸੀਗਾ। ਇੱਕ ਹੋਰ ਬਿਆਨ ਉਹਨਾਂ ਦਾ ਬਹੁਤ ਵਧੀਆ ਲੱਗਿਆ ਸੀ ਮੈਨੂੰ। ਉਹਨਾਂ ਨੇ ਕਿਹਾ ਕਿ ਇਹਦੀਆਂ 2 ਬਾਹਾਂ ਨੇ, ਤੇ ਮੇਰੇ ਮਨ 'ਚ ਆਇਆ ਕਿ ਜਦੋਂ ਇਹ ਲੁੱਟ ਖਸੁੱਟ ਹੋ ਰਹੀ ਸੀ ਸੁਲਤਾਨਪੁਰ 'ਚ, ਉਦੋਂ ਵੀ ਇਹ ਬਾਹਾਂ ਸੀਗੀਆਂ। ਉਦੋਂ ਇਹ ਬਾਹਾਂ ਸੀਗੀਆਂ ਜਿਹਨਾਂ ਨੇ ਲੁੱਟ ਖਸੁੱਟ ਕੀਤੀ, ਉਦੋਂ ਬਾਹਾਂ ਕਿੱਥੇ ਸੀਗੀਆਂ? ਜੇ ਸੀਗੀਆਂ ਤਾਂ ਦੱਸੋ। ਤੁਸੀਂ ਇੱਥੇ ਚੰਗੇ ਭਲੇ ਚਕੰਦਰ ਬੀਜਦੇ ਸੀਗੇ, ਹੁਣ ਰਾਜਨੀਤਿਕ ਚਕੰਦਰ, ਜਾਂ ਕਹਿੰਦੇ ਚਕੰਦਰ ਤੋਂ ਰਾਜਨੀਤੀ, ਚਕੰਦਰ ਵਜਾਉਂਦੇ ਸੀਗੇ ਕਿਉਂਕਿ ਤੁਹਾਡਾ ਬਿਜ਼ਨਸ ਹੈਗਾ। ਕਿਉਂ ਮੈਂ ਉਹੀ ਪੁੱਛ ਰਿਹਾ ਗਾ। ਜਦੋਂ ਮੈਂ ਚਕੰਦਰ ਵਜਾਉਣ ਆਇਆ, ਮੈਂ ਵੇਖਿਆ ਲੋਕਾਂ ਨਾਲ ਕਿੰਨਾ ਧੱਕਾ। ਲੋਕ ਚੁੱਪ ਕਰਕੇ ਬੈਠੇ ਸੀ। 4 ਸਾਲ ਘਰਾਂ 'ਚ ਜਾਣਾ ਨਾ, ਲੋਕ ਕਹਿੰਦੇ ਭਾਜੀ ਅਸੀਂ ਤਾਂ ਆਪਣਾ ਸਮੇਂ ਟਪਾ ਰਹੇ ਹਾਂ, ਬਸ ਪਰਚਾ ਹੋ ਗਿਆ, ਲੜ ਪੈਣਾ ਅੰਦਰ। ਕਦੇ ਸੁਣਿਆ ਜਿਹੜੀ ਬਜ਼ੁਰਗ ਮਾਤਾ 60 ਸਾਲ ਦੀ ਹੋਵੇ, ਗਾਤਰਾ ਪਾਇਆ ਹੋਵੇ, ਉਹਨੂੰ ਚੱਕ ਕੇ ਲੈ ਜਾਣਾ ਡਰੱਗ ਦੇ ਕੇਸ ਦੇ ਵਿੱਚ ਅੰਦਰ? ਨਿਆਣਿਆਂ ਨੇ 5-5 ਲੱਖ ਰੁਪਇਆ ਦਿੱਤਾ। ਤੁਸੀਂ ਆਓ, ਮੈਂ ਤੁਹਾਨੂੰ ਲਾਈਵ ਇੰਟਰਵਿਊ ਦਵਾਉਣਾ ਪਿੰਡਾਂ 'ਚ। ਡਰੱਗ ਕਿੱਦਾਂ ਵਧਿਆ? 5-5 ਲੱਖ ਰੁਪਇਆ ਦਿੱਤਾ ਉਹਨਾਂ ਨੇ ਮਾਤਾ ਛਡਾਉਣ ਨੂੰ। ਜਿਹੜਾ ਉਹ ਗਰੀਬ ਬੰਦਾ 500 ਰੁਪਏ ਦੀ ਦਿਹਾੜੀ ਕਰੇ ਨਾ, ਤੈਨੂੰ 5 ਲੱਖ ਰੁਪਇਆ ਦੇਣਾ ਪਵੇ ਮਾਤਾ ਛਡਾਉਣ ਨੂੰ, ਸਿਰਫ MLA ਦੀ ਭੁੱਖ ਪੂਰੀ ਕਰਨ ਨੂੰ। ਤੇ ਫਿਰ ਉਹ ਮੁੰਡੇ ਨੂੰ ਦੱਸਿਆ, ਕਹਿੰਦਾ ਭਾਜੀ 5 ਲੱਖ ਇੱਕ ਵਾਰ ਦਿੱਤਾ, 5 ਲੱਖ ਮੈਨੂੰ ਚੱਕ ਕੇ ਲਗਾਏ ਦਿੱਤਾ। 10 ਲੱਖ ਦੇਣ ਤੋਂ ਬਾਅਦ ਫਿਰ ਮੈਂ ਡਰੱਗ ਦਾ ਕੰਮ ਕੀਤਾ। ਉਹ ਪੈਸੇ ਕਿੱਥੋਂ ਵਾਪਸ ਮੋੜਨੇ ਸੀ? ਮੈਂ ਕਿਹਾ ਹੁਣ ਛੱਡ ਦੇ। ਕਹਿੰਦਾ ਜੀ ਹੁਣ ਛੱਡਤਾ। ਗਰਾਊਂਡ ਰਿਐਲਿਟੀ ਉਸ ਤੁਹਾਡੇ ਕੋਲ ਇਕੱਲੀ ਐਲੀਗੇਸ਼ਨਾਂ ਦੀ ਰਾਜਨੀਤੀ ਹੈ ਜਾਂ ਕੋਈ ਪੋਜ਼ਿਟਿਵ ਨੈਰੇਟਿਵ ਵੀ ਹੈਗਾ? ਮੰਨ ਲਓ ਮੈਂ ਕਹਿੰਦਾ ਤੁਸੀਂ ਇਲੈਕਸ਼ਨ ਲੜ ਰਹੇ ਹੋ, ਕੋਈ ਪੋਜ਼ਿਟਿਵ ਏਜੰਡਾ ਹੁੰਦਾ ਨਾ। ਤੁਸੀਂ ਬਿਜ਼ਨਸਮੈਨ ਹੋ, ਬਿਜ਼ਨਸਮੈਨ ਤੇ ਹਮੇਸ਼ਾ ਕਹਿੰਦੇ ਪੋਜ਼ਿਟਿਵ ਗੱਲ ਕਰਦਾ ਹੈਗਾ। ਰਾਜਨੀਤੀ ਨੇ ਤੁਹਾਨੂੰ, ਤੁਹਾਡੇ ਕੋਲ ਕੀ ਪੋਜ਼ਿਟਿਵ ਏਜੰਡਾ ਹੈਗਾ? ਤੁਸੀਂ ਇਲੈਕਸ਼ਨ ਜਾ ਰਹੇ ਹੋ। ਮੇਰੀ ਤੇ ਸੋਚ ਹੀ ਪੋਜ਼ਿਟਿਵ ਹੈ। ਮੈਂ ਇੱਕ ਚੀਜ਼ ਲੋਕਾਂ ਨੂੰ ਸੁਲਤਾਨਪੁਰ 'ਚ ਦੱਸਦਾ, ਪੋਜ਼ਿਟਿਵ ਸੋਚਾਂਗੇ, ਪੋਜ਼ਿਟਿਵ ਕੰਮ ਕਰਾਂਗੇ, ਠੀਕ ਹੈ ਨਾ? ਹੁਣ ਪੋਜ਼ਿਟਿਵ ਸੋਚ ਵਾਲੀ ਗੱਲ ਕਰ ਲਈਏ। ਪਹਿਲੀ ਗੱਲ, ਅੱਜ ਹਰ ਬੰਦਾ ਕਹਿੰਦਾ ਕਿ ਅਸੀਂ ਨੌਕਰੀ ਦਵਾਵਾਂਗੇ। ਅਨਇੰਪਲੋਇਮੈਂਟ ਇੱਕ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਆ ਪੰਜਾਬ ਦੇ ਵਿੱਚ, ਬਿਲਕੁਲ, ਸਪੈਸ਼ਲੀ ਮੇਰੀ ਕਨਸਟੀਚੁਐਂਸੀ ਦੇਸ਼ 'ਚ ਹੀ ਆ, ਠੀਕ ਹੈ ਨਾ? ਮੈਂ ਇਹ ਵੇਖਿਆ ਕਿ ਬੱਚੇ ਆਪਣੀ 10ਵੀਂ 12ਵੀਂ ਪੜ੍ਹ ਲੈਂਦੇ ਆ, ਫਿਰ ਉਹ ਐਕਸਪੈਕਟ ਕਰਦੇ ਮੈਨੂੰ ਨੌਕਰੀ ਮਿਲੇ। ਇਹੀ ਗਰਾਊਂਡ ਰਿਐਲਿਟੀ ਹੈਗੀ ਆ। ਸਾਡੇ ਸੁਲਤਾਨਪੁਰ ਦੇ ਵਿੱਚ ਜੱਬੂਵਾਲ ਪਿੰਡ ਮੈਂ ਗਿਆ ਤੇ 50 ਕਿੱਲਿਆਂ ਦੇ ਵਿੱਚ ਇੱਕ ਕਾਲਜ ਬਣਿਆ, ਸਟੇਟ ਆਫ ਦੀ ਆਰਟ। ਜੇ ਤੁਸੀਂ ਸੋਚ ਸਕਦੇ ਹੋ 50 ਕਿੱਲੇ 'ਚ ਕਾਲਜ ਬਣਿਆ ਹੋਊਗਾ, ਤੇ ਫੁੱਲੀ ਬਿਲਟ ਐਂਡ ਫਰਨਿਸ਼ਡ। ਪਿੰਡ ਵਾਲਿਆਂ ਮੈਨੂੰ ਦੱਸਿਆ ਫਰਨਿਸ਼ਡ ਵੀ ਹੈਗਾ। ਉਹ ਅੱਜ ਤੱਕ ਚੱਲਿਆ ਨਹੀਂ IT। ਮੈਂ ਉਸ ਦਿਨ ਧਾਰ ਲਿਆ ਕਿ ਇਸ ਕਾਲਜ ਦੇ ਵਿੱਚ ਤੇ ਪੰਜਾਬ ਦੇ ਵਿੱਚ ਪਹਿਲੀ ਥਾਂ ਹੋਊਗੀ ਜਿੱਥੇ ਸਪੈਸ਼ਲਾਈਜ਼ਡ ਕੋਰਸਿਸ ਚੱਲਿਆ ਕਰਨਗੇ, ਜਿਨ੍ਹਾਂ ਕੋਰਸਿਸ ਦੀ ਮੁਲਕ ਦੇ ਵਿੱਚ ਡਿਮਾਂਡ ਹੋਵੇ। ਅੱਜ ਕਈ ਚੀਜ਼ਾਂ ਹੈਗੀਆਂ, ਮੈਂ ਕਾਰੋਬਾਰ 'ਚ ਵੇਖਦਾ,
ਹਾਈ ਪ੍ਰੈਸ਼ਰ ਵੈਲਡਰਸ ਮਿਲਦੇ ਨਹੀਂ, ਬਿਹਾਰ ਚੋਂ ਲੈ ਕੇ ਆਈ ਦੇ 4 ਮਿਲ ਜਾਣ, ਪੰਜਵਾਂ ਨਹੀਂ ਬੰਦਾ ਲੱਭਦਾ। 50,000 ਰੁਪਇਆ ਦਿਹਾੜੀ ਆ ਉਹਨਾਂ ਦੀ, 50,000 ਰੁਪਇਆ ਮਹੀਨਾ ਉਹਨਾਂ ਦੀ ਤਨਖਾਹ ਆ। ਵਾਈ ਨਾਟ ਪੰਜਾਬ ਪੀਪਲ ਕੈਨ ਡੂ ਇਟ। ਅੱਜ ਫੂਡ ਪ੍ਰੋਸੈਸਿੰਗ ਇੰਡਸਟਰੀ ਆ ਰਹੀ ਆ ਹਰ ਜਗ੍ਹਾ। ਸਭ ਤੋਂ ਵੱਧ ਕਦੇ ਪੈਸਟ ਮੈਨੇਜਮੈਂਟ ਵਾਲਾ ਬੰਦਾ ਦੇਖਿਆ? ਮੈਨੂੰ ਪੰਜਾਬ 'ਚ ਤੁਸੀਂ 100 ਬੰਦੇ ਪੈਸਟ ਮੈਨੇਜਮੈਂਟ ਦੇ ਲੱਭ ਕੇ ਦੇ ਦਿਓ। ਕੱਲ੍ਹ ਸਵੇਰੇ ਐਡ ਦਿਓ ਕਿ ਭਾਈ ਮੈਨੂੰ ਪੈਸਟ ਮੈਨੇਜਮੈਂਟ ਦਾ ਬੰਦਾ ਚਾਹੀਦਾ ਪੰਜਾਬ ਓਰੀਜਨ। ਕਿੰਨੇ ਬੰਦੇ ਪੈਸਟ ਮੈਨੇਜਮੈਂਟ ਦੇ ਮਿਲ ਸਕਦੇ ਆ? ਇਹੋ ਜਿਹੇ ਸਪੈਸ਼ਲਾਈਜ਼ ਕੋਰਸਿਸ ਕਰਨ ਦੀ ਲੋੜ ਹੈ। ਆਟੋਮੋਟਿਵ ਇੰਡਸਟਰੀ ਕਿੱਥੇ ਹੈਗੀ ਆ? ਲੁਧਿਆਣੇ ਦੇ ਵਿੱਚ ਹੈਗੀ ਆ। ਉਹਨੂੰ ਜਿਹੜੀ ਸਪੈਸ਼ਲਾਈਜ਼ਡ ਟੈਕਨੀਸ਼ੀਅਨਸ ਚਾਹੀਦੇ ਕੀ ਅਸੀਂ ਉਹ ਪੈਦਾ ਕਰਦੇ ਹਾਂ। ਅੱਜ ਮੈਂ ਇੱਕ ਸਪੈਸ਼ਲਾਈਜ਼ਡ ਬੰਦੇ ਸੁਲਤਾਨਪੁਰ 'ਚ ਪੈਦਾ ਕਰੂੰਗਾ ਤੇ ਉਹਨਾਂ ਨੂੰ ਕਾਰੋਬਾਰ ਦਵਾਉਂਗਾ। ਅੱਜ ਇੱਕ ਗੱਲ ਦਾ ਮੈਂ ਇੱਕ ਬੜਾ ਫਰਮ ਬਲੀਵਰ ਹੈ, ਜਿਹੜਾ ਵੀ ਬੰਦਾ ਐਕਸਪੀਰੀਅੰਸ ਹੀ ਕਰਦੇ ਆ ਨਾ, ਆਪਾਂ ਕਿਸੇ ਮਰਜ਼ੀ ਬੰਦੇ ਨੂੰ ਕੰਮ ਸਿਖਾਉਣਾ ਚਾਲੂ ਕਰ ਦਿਓ, 3 ਤੋਂ 4 ਮਹੀਨਿਆਂ 'ਚ 6 ਮਹੀਨਿਆਂ 'ਚ ਉਹਦਾ ਮਾਸਟਰ ਬਣ ਜਾਊਗਾ, ਪ੍ਰੋਵਾਈਡਡ ਆਈਕਿਊ ਇਜ਼ ਦੇਅਰ। ਐਕਸਪੀਰੀਅੰਸ ਕਾਊਂਟ ਕਰਦਾ ਪੜ੍ਹਾਈ ਤੋਂ ਬਾਅਦ, ਤੇ ਦੁਨੀਆ 'ਚ ਆਪਾਂ ਐਕਸਪੀਰੀਅੰਸ ਵਰਤਦੇ ਹਾਂ। ਅੱਜ ਤੁਸੀਂ ਵੀ ਬਹੁਤ ਵਧੀਆ ਪੱਤਰਕਾਰ ਬਣੇ ਓਵਰ ਅ ਪੀਰੀਅਡ ਆਫ ਐਕਸਪੀਰੀਅੰਸ। ਸੋ ਐਕਸਪੀਰੀਅੰਸ ਦੇ ਨਾਲ ਵਧੀਆ ਯੂਥ ਇੰਪਲੋਏਬਲ, ਜਿਨ੍ਹਾਂ ਦੀ ਡਿਮਾਂਡ ਹੋਊਗੀ, ਉਹ ਬੰਦੇ ਪੈਦਾ ਕਰੂਗਾ। ਮੁਲਕ ਬਹੁਤ ਵੱਡਾ, ਆਪਾਂ 25 ਕੋਰਸ। ਸਰਕਾਰਾਂ, ਮੈਂ ਇਹ ਕਹਿ ਰਿਹਾ, ਜਦੋਂ ਬੰਦੇ ਕਦੇ ਸੱਤਾ 'ਚ ਜਾਣੇ ਹੁੰਦੇ ਨੇ ਉਦੋਂ ਇਹ ਗੱਲਾਂ ਕਰਦੇ ਨੇ, ਜਦੋਂ ਸੱਤਾ 'ਚ ਆ ਜਾਂਦੇ ਨੇ ਉਦੋਂ ਗੱਲਾਂ ਹੋਰ ਹੋਈਆਂ। ਤੁਸੀਂ, ਤੁਹਾਡਾ ਤਾਂ ਆਪਣਾ ਬਿਜ਼ਨਸ ਆ, ਤੁਸੀਂ ਕਦੇ ਕੋਈ ਆਪਣੀ ਮਤਲਬ ਹੁੰਦਾ ਨਾ, ਬੰਦਾ ਕਹਿੰਦਾ ਤੁਸੀਂ ਤੇ ਦੂਜਾ ਬੰਦਾ ਤਾਂ ਇਹ ਕਹਿੰਦਾ ਸਰਕਾਰ 'ਚ ਆਵਾਂਗੇ, ਪਾਵਰ ਹੋਊਗੀ ਫੇਰ ਕਰਾਂਗੇ। ਵੇਖੋ, ਮੇਰਾ ਆਪਦਾ ਬਿਜ਼ਨਸ, ਮੈਂ ਕ੍ਰੌਪ ਡਿਵਰਸਿਫਿਕੇਸ਼ਨ ਬਾਰੇ ਸੋਚਿਆ, ਜ਼ਿਮੀਂਦਾਰ ਦੀ ਆਮਦਨ ਕਿੱਦਾਂ ਵਧਾਈ ਜਾਵੇ। ਅੱਜ ਸੁਲਤਾਨਪੁਰ ਦੇ ਵਿੱਚ ਮੈਨੂੰ ਫੇਰ ਗੱਲ ਉਹਦੀ ਚੇਤੇ ਆ ਗਈ, ਅਸੀਂ ਨਾ 70% ਫਾਰਮਰ ਸਬਜ਼ੀ ਦੇ ਨਾਲ ਲਿੰਕਡ ਨੇ। 70%। ਇਹ ਪੰਜਾਬ 'ਚ ਕੋਈ ਹਲਕਾ ਨਹੀਂ ਜਿਹਦੇ 'ਚ 70% ਫਾਰਮਰ ਸਬਜ਼ੀ ਬੀਜਦੇ ਹੋਣ। ਜਿਹੜੀ ਸਬਜ਼ੀ ਕੋ ਉਹ ਬੀਜਦੇ ਆ, ਗਾਜਰਾਂ, ਗੋਭੀ, ਸ਼ਿਮਲਾ ਮਿਰਚ, ਟਮਾਟਰ, ਮਟਰ, ਠੀਕ ਹੈ, ਮੂਲੀਆਂ, ਕੋਈ ਚੀਜ਼ ਦੀ ਗੈਪ ਨਹੀਂ ਹੈਗਾ, ਹਰ ਚੀਜ਼ ਬੀਜਦੇ ਆ। ਤੇ ਲੋੜ ਹੈ ਬੰਦਿਆਂ ਦੀ ਆਮਦਨ ਕਿੱਦਾਂ ਵਧਾਈ ਜਾਵੇ। ਅਸੀਂ ਕ੍ਰੌਪ ਡਿਵਰਸਿਫਿਕੇਸ਼ਨ ਕੀਤੀ, ਫਾਰਮਰ ਦੀ ਕਣਕ ਝੋਨੇ ਵਾਲੇ ਪੈਟਰਨ 'ਚੋਂ ਫਾਰਮਰ ਨੂੰ ਕੱਢਿਆ। ਅੱਜ ਸੁਲਤਾਨਪੁਰ ਦੇ ਵਿੱਚ, ਸਾਰੇ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਆ 3 ਜ਼ਿਲ੍ਹਿਆਂ 'ਚ ਹਲਕੇ 5-6 ਬਣ ਜਾਂਦੇ ਆ। ਇਹਨਾਂ ਦੇ ਵਿੱਚ 15,000 ਏਕੜ ਚੁਕੰਦਰ ਦੀ ਬਿਜਾਈ ਕੀਤੀ। ਤੇ ਮੈਂ ਦੱਸ ਸਕਦਾ, ਮੁਲਕ ਦੇ ਵਿੱਚ ਕੋਈ ਬੰਦਾ ਨਹੀਂ ਜਿਹੜਾ ਚੁਕੰਦਰ ਦੀ ਬਿਜਾਈ ਕਰਦਾ ਹੋਵੇ। ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਸੀ ਉਹ ਵੀ ਫੇਲ ਹੋ ਚੁੱਕੇ ਆ। ਤੇ ਜੇ ਬਾਬੇ ਨੇ ਉੱਥੇ ਕਿਰਪਾ ਕੀਤੀ ਹੈ ਤੇ ਸੁਲਤਾਨਪੁਰ, ਜੇ ਇਸ ਮਨ ਨਾਲ ਆਪਣਾ ਬਿਜ਼ਨਸ ਕੀਤਾ, ਉਸ ਮਨ ਨਾਲ ਹੀ ਸੁਲਤਾਨਪੁਰ ਦੀ ਡਿਵੈਲਪਮੈਂਟ ਤੇ ਲੋਕਾਂ ਦੇ ਕੰਮ ਕਰੂੰਗਾ। ਜੇ ਉੱਥੇ ਕਾਮਯਾਬ ਹੋ ਸਕਦਾ ਤੇ ਇੱਥੇ 100% ਹੋਊਗਾ। ਤਾਂ ਹੁਣ ਇਹ ਪੱਕਾ ਤੈਅ ਹੈ ਕਿ ਜੋ ਮਰਜ਼ੀ ਕਹੇ ਤੁਸੀਂ ਵਾਪਸ ਨਹੀਂ ਮੁੜੋਗੇ। ਮੈਂ ਜਿਸ ਦਿਨ ਸੁਲਤਾਨਪੁਰ ਆਇਆ ਸੀ, ਲੋਕਾਂ ਨੇ ਇੰਨਾ ਪਿਆਰ ਦਿੱਤਾ, ਇੰਨੀ ਸਪੋਰਟ ਕੀਤੀ, ਤੇ ਇੱਕ ਵਾਦਾ ਮੇਰੇ ਤੋਂ ਮੰਗਿਆ ਸੀ ਵੀ ਮਿੱਤਰਾ ਕਿਤੇ ਬਹਿ ਨਾ ਜਾਈਂ ਕੱਲ ਨੂੰ, ਜਾਂ ਕਿਸੇ ਦੀ ਮਦਦ ਨਾ ਕਰ ਦੇਈਂ, ਪਿੱਛੇ ਨਾ ਹਟ ਜਾਈਂ, ਤੇ ਅਸੀਂ ਖੁੱਲ ਕੇ ਤੇਰੇ ਨਾਲ ਆ। ਤੇ ਮੈਂ ਉਸ ਦਿਨ ਉਹਨਾਂ ਨੂੰ ਇਹ ਕਿਹਾ ਸੀ ਵੀ ਜੋ ਮਰਜ਼ੀ ਹੋ ਜਾਏ, ਮੈਂ ਫੇਰ ਕਹਿ ਰਿਹਾ, ਜੋ ਮਰਜ਼ੀ ਹੋ ਜਾਏ, ਸੁਲਤਾਨਪੁਰ ਤੋਂ ਲੜੂੰਗਾ ਤੇ ਇੰਡੀਪੈਂਡੈਂਟ ਹੁਣ ਲੜੂੰਗਾ। ਧੰਨਵਾਦ ਬਾਈ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨੀ। Thank ਇਹ ਸਨ ਰਾਣਾ ਇੰਦਰ ਪ੍ਰਤਾਪ ਸਿੰਘ, ਜਿਹੜੇ ਕਹਿ ਰਹੇ ਆ ਪਿੱਛੇ ਨਹੀਂ ਹਟਣਗੇ, ਜਦੋਂ ਕਦਮ ਚੁੱਕ ਲਿਆ ਤੇ ਹੁਣ ਅੱਗੇ ਹੀ ਵਧਣਗੇ। ਨਵਤੇ ਚੀਮਾ ਦੇ ਉੱਤੇ ਉਹਨਾਂ ਨੇ ਵੱਡੇ ਐਲੀਗੇਸ਼ਨ ਲਾਏ ਨੇ। ਉਹਨਾਂ ਦਾ ਕਹਿਣਾ ਕਿ ਉਹ ਸੁਲਤਾਨਪੁਰ 'ਚ ਜਾ ਚੁੱਕੇ ਨੇ, ਸੁਲਤਾਨਪੁਰ ਪ੍ਰਚਾਰ ਕਰ ਰਹੇ ਨੇ ਤੇ ਸੁਲਤਾਨਪੁਰ ਤੋਂ ਹੀ ਚੋਣ ਲੜਨਗੇ।